ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੇ। ਮੋਹਨ ਤੂੰ ਮਨ ਹੈ ਏਕ ਜੇ ਅਵਰ ਸਭ ਰਾਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂਦੇਵ ਜਿਸ ਸੰਗ ਹਰ ਜਪੇ, ਗੁਰ ਕਿਰਪਾਲ ਜਬ ਭਏ ਤਾ ਅਵਗੁਣ ਸਭ ਛਪੇ। ऐसे कृपालु कृपा निधान शब्द गुरु जुगो जुग अटल। धन धन श्री गुरु ग्रंथ साहिब जी दी पावन पवित्र गोद विच विराजमान गुरु सवारी गुरु खालसा साध संगत जीओ। आप समूह संगतां वड्डे भागां वाले हो कि रोज ही रूहानी रस नाम धन प्राप्त करन लई साध संगत दीयां घड़ियां माणते हो। हर हर नित जपे हो जीओ, लाहा खटे हो दिहाड़ी। आप सब अपने दिन दे कारोबार करके संध्या वेले जो नाम दा लाहा खटन लई साध संगत दीयां घड़ियां मान रहे हो। खालसा जीओ, ये मनुखा जन्म पता नहीं कदों साडी घंटी वड़ जावे। जदों सवासा दी घंटी खत्म उदों रब दी घंटी वज जानी है। आ जा भाई उत्ते हुण। इस करके सानू रोज बार बार महाराज याद कराउंदे, लाहा खटे हो दिहाड़ी। बंदिया यही दिहाड़ी है। ਇਹ ਲਾਹਾ ਲੈ ਜਾ ਵਾਹਿਗੁਰੂ ਨਾਮ ਦਾ, ਰੱਬ ਦੀ ਯਾਦ ਵਿੱਚ ਜੁੜ ਕੇ ਬਸ ਜੁੜਿਆ ਹੀ ਰਹੇ। ਵਾਹਿਗੁਰੂ 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 ਵਾਹਿਗੁਰੂ। ਜਦੋਂ ਕੋਈ ਰੱਬ ਦਾ ਪਿਆਰਾ ਜੁੜ ਗਿਆ ਨਾ, ਉਹ ਬਣੇਗਾ ਬਾਬਾ ਮੋਹਨ ਦੀ ਤਰ੍ਹਾਂ। ਧੰਨ ਬਾਬਾ ਮੋਹਨ ਜੀ ਖਾਲਸਾ ਜੀ। ਭਾਵੇਂ ਕਈਆਂ ਨੇ ਉਹਨਾਂ ਨੂੰ ਬੁਰਾ ਵੀ ਲਿਖਿਆ ਹੈ, ਪਰ ਬੁਰਾ ਮਹਾਰਾਜ ਜੀ ਨੇ ਆਪ ਬਣਵਾਇਆ। ਕਿਸੇ ਨੂੰ ਗੁਰਿਆਈ ਦੇਣੀ ਸੀ, ਕਿਸੇ ਨੂੰ ਵਡਿਆਈ ਬਖਸ਼ਿਸ਼ ਕਰਨੀ ਸੀ। ਇਹ ਵੀ ਰੱਬ ਦਾ ਭਾਣਾ ਹੀ ਹੈ ਕਿ ਬਾਬਾ ਮੋਹਨ ਜੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਗੋਇੰਦਵਾਲ ਸਾਹਿਬ ਸਮਾਧੀ ਚ ਲੀਨ ਹਨ। ਪਹਿਲਾਂ ਭਾਈ ਗੁਰਦਾਸ ਜੀ ਆਏ ਕਿ ਮਹਾਰਾਜ ਪੋਥੀਆਂ ਮੈਂ ਲਿਜਾਨਾ। ਗੁਰੂ ਜੀ ਮੇਰੇ ਜਾਣ ਪਛਾਣ ਹੈ ਪੂਰੀ ਬਾਬਾ ਮੋਹਨ ਜੀ ਨਾਲ। ਤੇ ਭਾਈ ਗੁਰਦਾਸ ਜੀ ਆਏ ਚੁਬਾਰਾ ਸਾਹਿਬ, ਬੜਾ ਦਰਵਾਜ਼ਾ ਖੜਕਾਇਆ। ਬਾਬਾ ਜੀ ਦਰਵਾਜ਼ਾ ਖੋਲੋ, ਮੈਂ ਭਾਈ ਗੁਰਦਾਸ ਆਇਆ। ਇੱਧਰ ਕੀ ਪਤਾ ਕਿਹੜੇ ਬਾਬਾ ਮੋਹਨ ਜੀ, ਇਹ ਤਾਂ ਸੱਚੇ ਮੋਹਨ ਨਾਲ ਜੁੜੇ ਹੋਏ ਖਾਲਸਾ ਜੀ। ਇਹਨੂੰ ਕਹਿੰਦੇ ਨਾਮ ਦੀ ਕਲਾ। ਮੋਹਨ ਉਹ ਜਿਹਦੇ ਅੰਦਰੋਂ ਮੋਹ ਨਾ, ਮੋਹ ਨਾ ਰਵੇ ਖਾਲਸਾ ਜੀ। ਸਰੀਰ ਦਾ ਮੋਹ ਨਹੀਂ ਰਿਹਾ, ਮੋਹਿਤ ਕਰਨ ਵਾਲੇ ਅਕਾਲ ਪੁਰਖ ਨਾਲ ਜੁੜੇ ਹੋਏ ਬਾਬਾ ਮੋਹਨ ਜੀ ਖਾਲਸਾ ਜੀ। ਪਤਾ ਨਹੀਂ ਕਿੱਥੇ ਬੈਠੇ ਹਨ, ਸਰੀਰ ਤੇ ਕੋਈ ਬਸਤਰ ਨਹੀਂ, ਅੰਦਰ ਬਸਤਰ ਹਨ। ਕੇਸ ਥੋੜੇ ਥੋੜੇ ਹਨ ਖਾਲਸਾ ਜੀ। ਬਿਲਕੁਲ ਸਮਾਧੀ ਜੁੜੀ ਹੋਈ, ਆਪਣੇ ਆਤਮ ਸਰੂਪ ਵਿੱਚ ਨਾਮ ਰਸ ਵਿੱਚ ਜੁੜੇ ਹੋਏ। ਭਾਈ ਗੁਰਦਾਸ ਜੀ ਟੱਕਰਾ ਮਾਰ ਕੇ ਵਾਪਸ ਚਲੇ ਗਏ। ਬਾਬਾ ਜੀ ਦਰਵਾਜ਼ਾ ਖੋਲੋ, ਮੈਂ ਆਇਆ। ਕੁਝ ਘੜੀਆਂ ਦਰਵਾਜ਼ਾ ਖੜਕਾਉਂਦੇ ਰਹੇ, ਪਰ ਇੱਧਰ ਕਿਹੜੀ ਸਮਾਧੀ? ਇਹ ਦੁਨਿਆਵੀ ਸਮਾਧੀ ਤਾਂ ਹੈ ਨਹੀਂ, ਇਹ ਤਾਂ ਬਸ ਇੱਕ ਰਸ ਸਮਾਧੀ ਜੁੜੀ ਹੋਈ ਹੈ।
ਭਾਈ ਗੁਰਦਾਸ ਜੀ ਵਾਪਸ ਚਲੇ ਗਏ। ਫਿਰ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਮੈਂ ਜਾਨਾ ਮਹਾਰਾਜ, ਥੋੜਾ ਜਿਹਾ ਸੂਖਮ ਅਹੰਕਾਰ ਦੋਨਾਂ ਵਿਖੇ ਸੀ ਖਾਲਸਾ ਜੀਓ। ਇਹ ਸੂਖਮ ਅਹੰਕਾਰ ਦੂਰ ਕਰਨਾ ਸੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ। ਭਾਈ ਗੁਰਦਾਸ ਜੀ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਜੀ ਪੋਥੀਆਂ ਲੈਣ ਵਾਸਤੇ ਗਏ। ਥੋੜੇ ਸ਼ਕਤੀਸ਼ਾਲੀ ਵੀ ਸਨ, ਬਲ ਵਾਲੇ ਸਨ। ਪਹਿਲਾ ਦਰਵਾਜ਼ਾ ਖੜਕਾਇਆ ਪਰ ਦਰਵਾਜ਼ਾ ਨਾ ਖੋਲਿਆ, ਫਿਰ ਚੁਕਾਟ ਹੀ ਲਾ ਕੇ ਬਾਹਰ ਮਾਰੀ। ਜਾਣ ਕੇ ਜਦੋਂ ਅੰਦਰ ਵੜੇ ਤੇ ਹਲਾਣ ਬਾਬਾ ਜੀ ਉਠੋ, ਪਰ ਉੱਠਦੇ ਕਿਵੇਂ ਖਾਲਸਾ ਜੀਓ? ਇਹ ਕੋਈ ਦੁਨਿਆਵੀ ਨੀਂਦ ਨਹੀਂ ਹੈ, ਇਹ ਐਸੇ ਆਪਣੇ ਸਰੂਪ ਵੀ ਜੁੜੇ ਹੋਏ ਦਸਮ ਦਵਾਰ ਤੋਂ ਬਾਅਦ ਜਿੱਥੇ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ, ਜਿੱਥੇ ਹਰ ਵੇਲੇ ਬਸ ਇੱਕ ਰਸ ਮੋਹਨ ਕਰਨ ਵਾਲਾ ਪ੍ਰਮਾਤਮਾ ਉਹਦੀ ਯਾਦ ਬਣੀ ਰਵੇ। ਅੱਖੋ ਸਤਨਾਮ ਸ੍ਰੀ ਵਾਹਿਗੁਰੂ। ਉਹਦੀ ਯਾਦ ਵੀ ਨਹੀਂ, ਉਸ ਵਿੱਚ ਜੁੜੇ ਰਹਿੰਦੇ ਹਨ। ਯਾਦ ਵੀ ਥੋੜੀ ਦੂਰ ਹੁੰਦੀ ਹੈ। ਯਾਦ ਕਹਿੰਦੇ ਮੈਂ ਉਸ ਨੂੰ ਯਾਦ ਕਰਦਾ, ਦੋ ਹੋ ਗਏ। ਫਿਰ ਸਮਝ ਲਓ ਇੱਕ ਮਿੰਟ ਲਈ ਕਿ ਅਸੀਂ ਤੁਹਾਨੂੰ ਯਾਦ ਕਰਦੇ, ਤੁਸੀਂ ਮੈਨੂੰ ਯਾਦ ਕਰਦੇ ਹੋ, ਦੋ ਹੋ ਗਏ। ਫਿਰ ਉੱਥੇ ਦੋ ਨਹੀਂ, ਬਸ ਇੱਕੋ ਹੀ ਬਣ ਗਏ ਹਨ। ਭਾਈ ਗੁਰਦਾਸ ਜੀ ਹਲਾਉਂਦੇ ਬਾਬਾ ਜੀ ਉਠੋ ਉਠੋ, ਪਰ ਬਾਬਾ ਜੀ ਤਾਂ ਇੱਕ ਹੋਏ ਹਨ ਖਾਲਸਾ ਜੀਓ। ਹੁਣ ਇਹਨੂੰ ਕੀ ਆਖੋਗੇ? ਰੱਬ ਦੇ ਪਿਆਰੇ ਹਰ ਹਰ ਜਨ ਦੁਈ ਏਕ ਹੈ, ਬੇਦ ਵਿਚਾਰ ਕਛ ਨਾਹੀ, ਜਲ ਤੇ ਉਪਜ ਤਰੰਗ ਜਿਉ, ਜਲ ਹੀ ਬਿਖੈ ਸਮਾਹੇ। ਸਮਾਏ ਹੋਏ ਹਨ। ਇਹ ਉਹ ਅਵਸਥਾ ਹੈ ਬ੍ਰਹਮ ਗਿਆਨੀ ਆਪ ਪਰਮੇਸ਼ਰ ਦੀ। ਹੁਣ ਇੱਕ ਹੋ ਗਏ ਨੇ, ਉਹ ਮੋਹਨ ਤੇ ਇਹ ਮੋਹਨ ਇੱਕ ਹੋ ਗਏ ਖਾਲਸਾ ਜੀ। ਬਾਬਾ ਬੁੱਢਾ ਸਾਹਿਬ ਵਾਪਸ ਚਲੇ ਗਏ। ਮਹਾਰਾਜ ਉਹ ਤਾਂ ਸਮਾਧੀ ਖੋਲਦੇ ਹੀ ਨਹੀਂ, ਪੋਥੀਆਂ ਕਿਵੇਂ ਦੇਣਗੇ? ਤੇ ਮਹਾਰਾਜ ਇਹ ਦਰਸਾਉਣਾ ਜਾਣਦੇ ਹਨ ਖਾਲਸਾ ਜੀਓ ਕਿ ਪੋਥੀ ਸਾਹਿਬ ਦਾ ਸਤਕਾਰ ਕਿਵੇਂ ਕਰਨਾ ਹੈ। ਅੱਖੋ ਸਤਨਾਮ ਸ੍ਰੀ ਵਾਹਿਗੁਰੂ। ਸਤਕਾਰ ਕਰਨਾ ਹੈ ਵੀ ਪੋਥੀਆਂ ਐਵੇਂ ਥੋੜੀ ਕੋਈ ਜਣਾ ਖਣਾ ਇਕੱਲਾ ਹੀ ਲੈਣ ਚਲਾ ਜਾਵੇਗਾ। ਦੱਸਣਾ ਸਾਨੂੰ ਸੀ ਕਿ ਪੋਥੀ ਲੈਣ ਲਈ ਨੰਗੇ ਪੈਰੀ ਕੀਰਤਨ ਕਰਦੇ ਜਾਣਾ ਹੈ। ਫਿਰ ਮਹਾਰਾਜ ਜੀ ਨੇ ਆਪ ਤਿਆਰੀ ਕੀਤੀ। ਸਵੇਰੇ ਸਵੇਰੇ ਤੁਰੇ ਮਹਾਰਾਜ, ਕੀਰਤਨ ਕਰਦੇ ਹੋਏ ਸਾਰੀ ਸੰਗਤ ਨਾਲ ਜਾ ਰਹੀ ਹੈ। ਸਤਿਗੁਰੂ ਜੀ ਆਪ ਨੰਗੇ ਪੈਰੀ ਖਾਲਸਾ ਜੀ ਪਹਿਲਾਂ ਬੌਲੀ ਸਾਹਿਬ ਇਸ਼ਨਾਨ ਕੀਤਾ। ਦਰਸ਼ਨ ਹੋਏ ਰੂਹਾਨੀ ਰਸ ਵਾਲੇ ਗੁਰੂ ਅਮਰਦਾਸ ਮਹਾਰਾਜ ਜੀ ਦੇ। ਇੱਥੇ ਸਰੀਰ ਹੈ ਜਾਂ ਨਹੀਂ ਗੱਲ ਵੱਖਰੀ ਹੈ, ਪਰ ਜਿਹੜੀ ਅੰਦਰੋਂ ਸੁਰਤੀ ਜੁੜਦੀ ਹੈ ਨਾ, ਉਹਨੂੰ ਕਹਿੰਦੇ ਪ੍ਰਤੱਖ ਦਰਸ਼ਨ ਵੈਸੇ ਹੋ ਜਾਂਦੇ ਆ। ਅੰਦਰੋਂ ਬੇਨਤੀ ਕੀਤੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਸਤਿਗੁਰੂ ਜੀ ਤੁਹਾਡੀ ਸੇਵਾ ਨਿਭਾਣੀ ਹੈ, ਆਪ ਜੀ ਬਲ ਉਤਮ ਬਖਸ਼ਣਾ। ਤੇ ਅਮਰਦਾਸ ਜੀ ਦੀ ਅੰਦਰੋਂ ਆਵਾਜ਼ ਆਈ, ਪੁੱਤਰ ਦੋਇਥਾ ਬਾਣੀ ਕਾ ਬੋਇਥਾ। ਪੁੱਤਰ ਬਾਣੀ ਦਾ ਜਹਾਜ਼ ਤਾਂ ਬਣਾਉਣ ਲੱਗਾ, ਪਰ ਅਜੇ ਸ਼ੁਰੂਆਤ ਹੈ। ਸ਼ੁਰੂਆਤ ਵਿੱਚ ਬੜੀਆਂ ਗਾਲਾਂ ਪੈਣੀਆਂ ਪੁੱਤਰ, ਔਖੇ ਬਚਨ ਸਹਿਣ ਕਰਨੇ ਪੈਣੇ ਹਨ। ਬਾਬਾ ਮੋਹਨ ਜੀ ਬੜੇ ਕੋੜੇ ਸੁਭਾਅ ਵਾਲੇ ਹਨ, ਬਹੁਤ ਬੁਰਾ ਤੈਨੂੰ ਆਖਣਗੇ, ਪਰ ਕਦੀ ਨਹੀਂ ਬੁਰਾ ਕਹਿਣਾ ਤੁਸੀਂ। ਹੱਥ ਬਚਨ, ਬਸ ਹੱਥ ਜੋੜ ਕੇ ਅੱਖਾਂ ਬੰਦ ਰੱਖਣੀਆਂ ਆਪਣੀਆਂ, ਬਸ ਆਪਣੀ ਜ਼ੁਬਾਨ ਨਹੀਂ ਖੋਲਣੀ ਤੁਸੀਂ। ਸਹਿਨ ਕਰਨਾ ਉਹਨਾਂ ਬਚਨਾਂ ਨੂੰ। ਬਸ ਸਤ ਬਚਨ ਸਾਧੂ ਉਪਦੇਸ਼, ਸਤੇ ਜਨ ਜਾ ਕੇ ਹਿਰਦੈ ਪ੍ਰਵੇਸ਼। ਤੁਸੀਂ ਇਸ ਤਰ੍ਹਾਂ ਰਹਿਣਾ ਹੈ। ਉਹ ਬਚਨ ਸਰਵਣ ਕੀਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ, ਆਪਣੇ ਅੰਦਰੋਂ ਹੀ ਸਰਵਣ ਕੀਤੇ। ਇੱਕੋ ਹੀ ਰੂਪ ਸਨ, ਇੱਕੋ ਹੀ ਰੂਪ ਅੰਦਰੋਂ ਸਰਵਣ ਕੀਤੇ, ਤੇ ਗੁਰੂ ਅਮਰਦਾਸ ਮਹਾਰਾਜ ਜੀ ਅਲੋਪ ਹੋ ਗਏ। ਫਿਰ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਵਾਰਾ ਸਾਹਿਬ ਨਾ, ਉਹਦੇ ਸਾਹਮਣੇ ਆ ਕੇ ਭੁੰਜੇ ਬਹਿਣ ਲੱਗੇ। ਤੇ ਗੁਰਸਿੱਖਾਂ ਨੇ ਚਟਾਈਆਂ ਵਿਛਾਉਣੀਆਂ ਸ਼ੁਰੂ ਕਰਤੀਆਂ, ਦਰੀਆਂ ਵਿਛਾਉਣੀਆਂ ਸ਼ੁਰੂ ਕਰਤੀਆਂ। ਸਤਿਗੁਰੂ ਨੇ ਆਖਿਆ ਨਹੀਂ, ਕੋਈ ਮੰਗਤਾ ਮੰਗਣ ਵਾਸਤੇ ਆਵੇ ਉਹ ਚਟਾਈ ਨਹੀਂ ਵਿਛਾਉਂਦਾ, ਗਿਲਮ ਗਲੀਚੇ ਨਹੀਂ ਵਿਛਾਉਂਦਾ, ਅਸੀਂ ਇੱਥੇ ਹੀ ਬਹਿਣਾ ਹੈ। ਤੇ ਉੱਥੇ ਮਹਾਰਾਜ ਜੀ ਨੇ ਤੰਬੂਰਾ ਲੈ ਕੇ, ਤਾਨਪੂਰਾ ਲੈ ਕੇ ਇਹ ਪਾਵਨ ਸ਼ਬਦ ਆਰੰਭ ਕੀਤਾ। ਮੋਹਨ ਤੇਰੇ ਉੱਚੇ ਮੰਦਰ
महल अपारा। रूहानी रस विच कदी महाराज थोड़े उतां पंचम विच आ जाते महाराज, कदी महाराज मध्यम विचकार आ जाते, कदी महाराज सहज रस विच। मोहन तेरे ऊंचे मंदिर महल अपारा, मोहन तेरे ऊंचे मंदिर महल अपारा। देखो भुंजे बैठे महाराज कि बख्शिश लैण लई आए, पोथियां लैण लई आए, सत्कार इस तरह करना है पोथी साहब का। पर असीं अजकल की करते हैं, बुरा ना मनना, साडे हत्थ विच गुटका साहब हुंदा, खुरगी जाउने इधर उधर पैरां ते, कई बार तो आते हत्थ होंदे ही नहीं खालसा, जोड़े ला के वैसे बैठी गुटका साहब पोथी साहब फड़ लेने। ना पाई, पोथी परमेश्वर का थान है, ये रब है। रब नूं गंदे बंदे हथ लाओगे, जो लंगर छकने हत्थ होंदे ही आ सारे, ते ये भी लंगर रूप है। एक महात्मा बाबा सावण सिंह जी अजकल तो नहीं रहे, वो कहण लगे बेटा लंगर छकना रब नूं याद करना एक बराबर है। लंगर छकना रब नूं याद करना, सिमरन करना बराबर है। जे लंगर छकदे रब ही आ जावे ना, उठना नहीं। एक बारी उठ गए मुड़ के फिर छकना नहीं, उस टाइम छकना नहीं, बाद चो छक लो बस। भाव कहण दा उन्हां दा कि लंगर भी रब रूप है। ਅਸੀਂ ਉੱਥੇ ਦਾ ਹੱਥ ਧੋਣਾ ਹੀ ਹੈ ਸਾਰਿਆਂ ਨੇ, ਗੰਦਾ ਬੰਦਾ ਅੰਦਰ ਨਾ ਜਾਵੇ। ਤੇ ਬਾਣੀ ਪੜ੍ਹਦੇ ਆ ਉਹ ਵੀ ਰੱਬ ਰੂਪ ਖਾਲਸਾ ਜੀਓ। ਇਹ ਬਾਣੀ ਦਾ ਸਤਿਕਾਰ ਕਰੀਏ, ਸਾਨੂੰ ਸਿਖਾ ਰਹੇ ਹਨ ਮਹਾਰਾਜ। ਤਾਂ ਤਾਂ ਮਹਾਰਾਜ ਆਪ ਕੀਰਤਨ ਕਰਦੇ ਹੋਏ ਨੰਗੇ ਪੈਰੀ ਥੱਲੇ ਭੁੰਜੇ ਬੈਠੇ ਆ। ਪਹਿਲਾਂ ਭਾਈ ਗੁਰਦਾਸ ਜੀ ਇਕੱਲੇ ਆਏ ਕਿ ਪੋਥੀ ਸਾਹਿਬ ਇਹ 5 ਗੁਰੂ ਕੇ ਪਿਆਰੇ ਘੱਟੋ ਘੱਟ ਲੈ ਕੇ ਜਾਣ, ਤੇ ਮਹਾਰਾਜ ਤਾਂ ਸੰਗਤ ਲੈ ਕੇ ਆਏ, ਪਾਲਕੀ ਲੈ ਕੇ ਆਏ। ਉਹ ਪਾਲਕੀ ਅੱਜ ਵੀ ਵਿਰਾਜਮਾਨ ਹੈ ਖਾਲਸਾ ਜੀ। ਜਿਤਨਾ ਸਤਕਾਰ ਉਤਨਾ ਰਸ ਆਵੇਗਾ ਤੁਹਾਡੇ ਅੰਦਰ, ਜਿਤਨਾ ਸਤਕਾਰ ਤਿਆਗੋਗੇ ਉਤਨਾ ਆਪਣੇ ਆਪ ਤੋਂ ਦੂਰ ਹੋ ਜਾਓਗੇ। ਬਸ ਸਾਡੇ ਘਾਟਾ ਹੀ ਪੈ ਰਿਹਾ ਖਾਲਸਾ ਜੀ। ਕਿਉਂ ਨਹੀਂ ਰਸ ਆ ਰਿਹਾ ਸਾਡੀ ਜ਼ੁਬਾਨ ਤੇ, ਸਾਡੇ ਰੂਹਾਨੀ ਜੀਵਨ ਵਿੱਚ? ਸਾਡੇ ਕਾਰਜ ਕਿਉਂ ਨਹੀਂ ਪੂਰੇ ਹੋ ਰਹੇ? ਅਰਦਾਸਾਂ ਕਰਦੇ ਮਹਾਰਾਜ ਇਹ ਵੀ ਦੇ ਦਿਓ, ਇਹ ਵੀ ਦਿਓ, ਕੁਝ ਨਹੀਂ ਮਿਲਦਾ ਸਾਨੂੰ। ਕਾਰਨ ਇਹੀ ਹੈ ਖਾਲਸਾ ਜੀਓ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ। ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਰਹਿਤ ਬਿਨਾ ਨਾ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾ ਖਾਵੈ। जितना सत्कार करोगे गुरु की बाणी दा उतना रस आवेगा, उतना जीवन बनेगा। बस ये है। ते नाल नाल गुरबाणी नूं अंदर ढालो। ये बाणी कहंदी की है? धन गुरु अर्जन देव महाराज जदों पूरा पहला पदा उचारण किया 248 अंक ते ये पावन शब्द है छंतां विच, गौड़ी राग दे छंतां विच। जदों पहला पदा उचारण किया तो मोहन जी की समाधि थोड़ी खुली खालसा जी। क्यों खुली? कि महाराज जी उस मोहन नूं दोवें एक हो गए सन। ओ मोहन ते ए मोहन दोवें एक हो गए खालसा जी। हर का सेवक हर ही जेहा, भेद न जानो मानस देहा। इको ही रूप हैं। महाराज जी ने दोवां नूं एक करता। ते मोहन परमेश्वर जो सब नूं मोहित करने वाला काल पुरख है, ਉਹਨੂੰ ਆਖਿਆ ਕਿਉਂਕਿ ਇਹ ਵੀ ਜੁੜੇ ਸਨ ਉਸ ਨਾਲ। ਮੋਹਨ ਜੀ ਦੀ ਸਮਾਧੀ ਥੋੜੀ ਖੁੱਲੀ, ਥੱਲੇ ਆਏ, ਖਿੜਕੀ ਖੋਲੀ ਜਿੱਥੋਂ ਹਵਾ ਬਾਹਰ ਆ ਰਹੀ ਸੀ। ਖਿੜਕੀ ਤੋਂ ਬਚਨ ਕੀਤੇ। ਕੀ ਬਚਨ ਕੀਤੇ? ਨਿੰਦਾ ਵਿਆਜ ਉਸਤਤ ਇੱਕ ਅਲੰਕਾਰ ਹੈ। ਕੀ ਬਚਨ ਕਿਹਾ? ਆ ਗਿਆ ਠੱਗਾ, ਠੱਗੀ ਮਾਰਨ ਵਾਸਤੇ। पहले तेरे पिता ने मेरे पिता तो ठगी मार के गुरियाई ले ली, अज तुसी ठगी मारन वास्ते पोथियां लैण आ गए हो। बड़ा पखंड रचाया तुसी इत्थे आके। बाहरों बाहरों निंदा हो रही है पर अंदरों वडियाई हो रही है। इनू कहते निंदा ब्याज उस्तत, एक अलंकार है कि बाहरों बाहरों निंदा पर अंदरों ब्याज विच वडियाई है। कि ठग्गा भाव
परमात्मा ठग है, हर ठग जग को ठगौरी लाई। कि तुसी पहला तुहाडे पिता गुरु रामदास महाराज ने मेरे पिता गुरु अमरदास महाराज की सेवा करके गुरियाई ठग के लै गए। ठग के लै गए भाव अपनी झोली च पा के लै गए। अज तुसी निमरता विच आके पुंजे बैठे हो, अपने मन के सारे विकार दूर करके पोथियां लैण वास्ते आए हो। तुसी धन हो। ये वचन भावे उपरों बाहरी तौर तो खालसा जी कौड़े हैं। अधिकतर महापुरुष जो परीक्षा लेंदे ना पहली बारी ते कौड़े वचन कहते खालसा जी। और गुरु अर्जन देव महाराज जी ने कुछ नहीं बोले। हुण दूजा पदा महाराज जी किवें उच्चारण कर रहे हैं, आओ खालसा जीओ सारे गुरु के प्यारे अपनी सुरती बिरती एकागर करो, शब्द भी सुरती जोड़ो। धन गुरु अर्जन देव महाराज गोइंदवाल साहब चवारा साहब के बाहर बैठे हैं, सामने मोहन जी खड़े हैं। दोवां दे नेत्र एक होए खालसा जी। उधर मोहन भी जुड़िया होया है, पर बाहरों बाहरों कुछ कोड़े वचन कह रहे हैं। इधर गुरु अर्जन देव महाराज किवें रब नाल एकमिक होके अकाल पुरख मोहन के प्रति पावन शब्द उच्चारण कर रहे हैं। आओ सारे गुरु के प्यारे अपनी सुरती बिरती एकागर करदियां शरदा सत्कार नाल उच्चारण करो जी। सतनाम श्री वाहेगुरु साहिब जी। सतनाम श्री वाहेगुरु साहिब जी। श्री मुख वाक मोहन तेरे बचन अनूप चाल निराले। हे मोहन सब ਨੂੰ ਮੋਹਿਤ ਕਰਨ ਵਾਲੇ ਕਾਲ ਪੁਰਖ ਪਰਮੇਸ਼ਰ ਜੀ ਤੁਹਾਡੇ ਬਚਨ ਬੜੇ ਅਨੂਪ ਹਨ। ਉਹੀ ਬਚਨ ਇਹਨਾਂ ਚੋਂ ਬਾਹਰ ਆ ਰਹੇ ਨੇ। ਜਦੋਂ ਬੰਦਾ ਜੁੜਿਆ ਹੋਵੇ ਉਹ ਆਪ ਨਹੀਂ ਬੋਲਦਾ, ਰੱਬ ਬੋਲਦਾ ਹੈ ਖਾਲਸਾ ਜੀ। ਜਿਉਂ ਬੁਲਾਵਾ ਹੈ ਤਿਉਂ ਬੋਲੇ ਸੁਆਮੀ। ਬੰਦਾ ਕੌਣ ਬੋਲਣ ਵਾਲਾ ਹੈ? ਮਹਾਰਾਜ ਦੋਵਾਂ ਨੂੰ ਇੱਕ ਕਰ ਰਹੇ ਨੇ। ਇੱਥੇ ਕਈ ਸਾਡੇ ਭਰਾ ਕਿੰਤੂ ਕਰਦੇ ਹੋਣੇ ਜੀ ਵੀ ਇਹ ਮੋਹਨ ਰੱਬ ਕਿਵੇਂ ਹੋ ਗਿਆ? ਇਹ ਰੱਬ ਕਿਉਂ कि अंदर जोत तो वही है, जुड़े हुए हैं। ते जुड़िया होया हर का सेवक हर ही जिहा। साध रूप अपना तन धारे कोई रूप हैं। ते महाराज उस मोहन नू इस विच देख रहे हैं। घट घट मैं हर जू बसै संतन कहे उपकार। दूजी गल किसी नू कुछ लेना होवे ना ते पहला नू वडियाई करनी पैंदी ओदी खालसा जी। जे किसी तो कुछ लेना है तो ਉਹਦੀ ਉਸਤਤ ਕਰਨੀ ਪੈਂਦੀ ਹੈ। ਤੇ ਮਹਾਰਾਜ ਜੀ ਦਾ ਵੱਡਾ ਖਜ਼ਾਨਾ ਲੈਣ ਵਾਏ ਸਾਰੀ ਦੁਨੀਆ ਵਾਸਤੇ ਮਨੁੱਖਤਾ ਲਈ ਮਹਾਰਾਜ ਜੀ ਆਪ ਭਿਖਾਰੀ ਬਣ ਕੇ ਆਏ ਖਾਲਸਾ ਜੀ ਸਾਡੇ ਲਈ। ਤੇ ਮਹਾਰਾਜ ਜੀ ਨੇ ਕਿਵੇਂ ਵਡਿਆਈ ਕੀਤੀ। ਮੋਹਨ ਤੇਰੇ ਬਚਨ ਅਨੂਪ। ਮੋਹਨ ਜੀ ਤੁਹਾਡੇ ਬਚਨ ਉਪਮਾ ਤੋਂ ਰਹਿਤ ਹਨ, ਚਾਲ ਨਿਰਾਲੀ। ਤੁਹਾਡੀ ਚਾਲ ਵੱਖਰੀ ਹੈ, ਤੁਹਾਡੀ ਮਰਿਆਦਾ ਵੱਖਰੀ ਹੈ। भगता की चाल निराली। चाला निराली भगता केरी बिखम मार्ग चलना। तुहाडी मर्यादा तुहाडी रूहानी रस दी चाल वो वखरी है, सब तो न्यारी है। मोहन तू मन है एक जे अवर सब राले। हे मोहन अकाल पुरख परमेश्वर तू इको ही है। बस एक नू सारी दुनिया मनदी है भी एक हर वेले रहन वाला है, एक कदी खत्म नहीं होवेगा। रब खालसा जीओ ओ आद सच जुगाद सच है पी सच नानक होसी भी सच। एक बस इको ही हो है। ओनू सारे मनदे, सब कहंदे। कोई राम कहंदा है, कोई अल्लाह कहता है, कोई वाहिगुरु कहता है। इको ही है बस। साहिब मेरा एको है। हे रब जी, हे मोहन जी तुहानू सब इको ही कहते हैं। अवर सब राली। राली कहते रवाल धूड़ी। धूड़ी की है? मिट्टी खाक। खाक भी सब ने रुल जाना है खालसा जी। भाव होर सब खत्म होने वाले हैं। तुसी इकल्ले अस्थिर हो, एक अस्थिर रवोगे।
ਬਾਕੀ ਸਾਰੀ ਦੁਨੀਆ ਖਤਮ ਹੋ ਜਾਵੇਗੀ। ਮਾਨ ਹੈ ਤਾ ਏਕ ਅਲੇਖ ਠਾਕੁਰ, ਜਿਨ ਹੈ ਸਭ ਕਲ ਧਾਰਿਆ। ਜਿਸ ਅਕਾਲ ਪੁਰਖ ਨੇ ਸਾਰੀ ਕਲਾ ਧਾਰਨ ਕੀਤੀ ਖਾਲਸਾ ਜੀਓ, ਉਹਨੂੰ ਸਾਰੀ ਦੁਨੀਆ ਇੱਕ ਅਸਥਿਰ ਮੰਨਦੀ ਹੈ ਕਿ ਇੱਕ ਅਕਾਲ ਪੁਰਖ ਉਹੀ ਅਲੱਖ ਜੋ ਲਖਿਆ ਨਾ ਜਾਵੇ, ਉਹੀ ਰਹਿਣ ਵਾਲਾ ਹੈ। ਤੁਧ ਬਚਨ ਗੁਰ ਕੈ ਵਸ ਕੀਆ, ਆਦ ਪੁਰਖ ਬਨਵਾਰੀਆ। ਹੇ ਰੱਬ ਜੀ, ਤੁਹਾਨੂੰ ਤੁਹਾਡੇ ਭਗਤਾਂ ਨੇ ਗੁਰੂ ਦੀ ਬਾਣੀ ਦੁਆਰਾ, ਗੁਰੂ ਦੇ ਬਚਨਾਂ ਦੁਆਰਾ ਵਸ ਕੀਤਾ ਹੋਇਆ ਹੈ, ਕਾਬੂ ਕੀਤਾ ਹੋਇਆ ਹੈ। ਤੁਸੀਂ ਆਦ ਪੁਰਖ ਸਭ ਤੋਂ ਮੋਢੀ ਹੋ, ਪੁਰਖ ਵਿਆਪਕ ਹੋ, ਬਨਵਾਰੀ ਸਾਰੇ ਜਗਤ ਦੇ ਮਾਲਕ ਹੋ। ਤੂੰ ਆਪ ਚੱਲਿਆ ਆਪ ਰਹਿਆ, ਆਪ ਸਭ ਕਲ ਧਾਰਿਆ। ਤੁਸੀਂ ਆਪ ਚੱਲਿਆ, ਆਪ ਚੱਲ ਰੂ ਬਣੇ ਹੋਏ ਹੋ। ਚੱਲ ਕਹਿੰਦੇ ਚੱਲਣ ਵਾਲੇ ਜੀਵ। ਆਪ ਟਿਕੇ ਵੀ ਹੋਏ ਹੋ, ਟਿਕੇ ਹੋਏ ਇਹ ਪੱਥਰ ਆਦਿਕ ਉਹੀ ਰੂਪ ਹੈ, ਜੜ ਜੰਗਮ ਉਹੀ ਰੂਪ ਹੈ। ਮਹਾਰਾਜ ਤੁਸੀਂ ਸਭ ਕੁਛ ਹੋ, ਸਾਰੀ ਕਲਾ ਤੁਹਾਡੀ ਹੈ ਰੱਬ ਜੀ। ਤੁਸੀਂ ਜੜ ਬਣੇ ਹੋਏ ਹੋ, ਚੇਤਨ ਬਣੇ ਹੋਏ ਹੋ, ਤੇ ਮਹਾਰਾਜ ਸਭਨਾ ਜੀਵਾਂ ਵਿੱਚ ਤੁਹਾਡੀ ਗਤੀ ਹੋ ਰਹੀ ਹੈ। ਬਿਨਵੰਤ ਨਾਨਕ ਪੈਜ ਰਾਖੋ, ਸਭ ਸੇਵਕ ਸਰਨ ਤੁਮਾਰੀਆ। ਗੁਰੂ ਅਰਜਨ ਦੇਵ ਮਹਾਰਾਜ ਬੇਨਤੀ ਕਰਦੇ ਹਨ, हे ਸਤਿਗੁਰ ਸਾਡੀ ਪੈਜ ਰੱਖਣਾ। ਅਸੀਂ ਸਾਰੇ ਤੁਹਾਡੇ ਸਿੱਖ ਸੰਗਤ, ਤੁਹਾਡੇ ਰੱਬ ਦੇ ਪਿਆਰੇ, ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆਏ ਆ ਰੱਬ ਜੀ। ਸਾਡੀ ਲਾਜ ਰੱਖਣਾ ਮਹਾਰਾਜ, ਸਾਡੀ ਝੋਲੀ ਵਿੱਚ ਕੋਈ ਦਾਨ ਪਾ ਦੇਣਾ। ਚੌਪਏ ਏਮ ਸੁਨ ਕਰ ਜਸ ਆਪਨ ਕੇਰਾ। ਜਦੋਂ ਇਹ ਵਡਿਆਈ ਸੁਣੀ ਬਾਬਾ ਮੋਹਨ ਜੀ, ਤੇ ਵਡਿਆਈ ਮੇਰੀ ਹੋ ਰਹੀ ਹੈ, ਕਿਉਂਕਿ ਤੁਸੀਂ ਵੀ ਇੱਕੋ ਹੀ ਰੂਪ ਹੋ ਤੇ ਉਹ ਵੀ ਇੱਕੋ ਹੀ ਰੂਪ ਹੈ। ਭਾਵੇਂ ਗੁਰੂ ਸਾਹਿਬ ਨੇ ਮੋਹਨ ਅਕਾਲ ਪੁਰਖ ਨੂੰ ਆਖਿਆ, ਪਰ ਉਹੀ ਮੋਹਨ ਇਹਨਾਂ ਦੇ ਅੰਦਰ ਵੀ ਹੈ। ਜਦੋਂ ਆਪਣੇ ਬਾਰੇ ਇਹ ਪਾਵਨ ਬਚਨ ਸੁਣੇ ਹਨ ਬਾਬਾ ਮੋਹਨ ਜੀ ਨੇ, ਭਇਓ ਪ੍ਰਸੰਨ ਕਿਰਪਾਲ ਕਨੇਰਾ। ਤੇ ਬਾਬਾ ਮੋਹਨ ਜੀ ਬੜੇ ਖੁਸ਼ ਹੋਏ, ਕਿਰਪਾ ਦੇ ਘਰ ਵਿੱਚ ਆਏ ਹਨ। ਮਨ ਮਹਿ ਲਾਗ ਵਿਚਾਰਨ ਮੋਹਨ। ਬਾਬਾ ਮੋਹਨ ਜੀ ਆਪਣੇ ਮਨ ਵਿੱਚ ਇਹ ਵਿਚਾਰ ਕਰਨ ਲੱਗੇ ਹਨ, ਚਤਰ ਗੁਰੂ ਮੂਰਤ ਇਹ ਸੋਹਨ। ਇਹ ਤਾਂ ਉਹੀ ਰੂਪ ਹੈ ਗੁਰੂ ਨਾਨਕ ਮਹਾਰਾਜ, ਗੁਰੂ ਅੰਗਦ ਦੇਵ ਮਹਾਰਾਜ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ। ਚਾਰ ਗੁਰੂ ਪਹਿਲਾਂ ਹੋਏ ਸਰੀਰ ਕਰਕੇ, ਪਰ ਇਹ ਪੰਜਵੇਂ ਵੀ ਗੁਰੂ ਜੋਤ ਰੂਪ ਹਨ। ਇਹ ਚਾਰ ਸਰੂਪ, ਇਹ ਪੰਜਵਾਂ ਸਰੂਪ ਉਹਨਾਂ ਦਾ ਹੀ ਹੈ, ਇੱਕੋ ਹੀ ਰੂਪ ਹਨ। ਕ੍ਰੋਧ ਈਰਖਾ ਆਦ ਬੇਕਾਰਾ। ਕ੍ਰੋਧ ਅਤੇ ਈਰਖਾ ਆਦਿਕ ਜਿਹੜੇ ਵਿਕਾਰ ਹਨ, ਇਨ ਮਹਿ ਕੋ ਨਹਿ ਪਰੈ ਨਿਹਾਰਾ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਮੋਹਨ ਜੀ ਵਿਚਾਰ ਕਰਦੇ ਆਪਣੇ ਮਨ ਵਿੱਚ ਕਿ ਮੈਂ ਖਣਕਾ ਕੇ ਦੇਖਿਆ, ਠਣਕਾਇਆ ਤਾਂ ਹੀ ਪਹਿਲਾਂ ਬੁਰੇ ਬਚਨ ਆਖੇ। ਜੇ ਕ੍ਰੋਧੀ ਹੁੰਦੇ ਨਾਲ ਹੀ ਗਾਲਾਂ ਕੱਢਦੇ ਪਹਿਲਾਂ, ਪਰ ਇਹਨਾਂ ਨੇ ਗਾਲਾਂ ਨਹੀਂ ਕੀਤੀਆਂ। ਕੀ ਆਖਿਆ? ਰੂਹਾਨੀ ਬਚਨ ਆਖੇ ਇਹਨਾਂ ਨੇ। ਕ੍ਰੋਧ ਇਹਨਾਂ ਦੇ ਮਨ ਵਿੱਚ ਹੈ ਹੀ ਨਹੀਂ, ਤੇ ਈਰਖਾ ਵੀ ਨਹੀਂ ਇਹਨਾਂ ਦੇ ਮਨ ਵਿੱਚ, ਕੋਈ ਵਿਕਾਰ ਨਹੀਂ ਇਹਨਾਂ ਦੇ ਮਨ ਵਿੱਚ। ਇਹ ਹੈ ਪਰਮੇਸ਼ਰ ਸੰਤ ਰੂਪ। ਇਹਨੂੰ ਕਹਿੰਦੇ ਗੁਰੂ ਅਰਜਨ ਪ੍ਰਤੱਖ ਹਰ। ਆਪ ਅਕਾਲ ਪੁਰਖ ਸਰੂਪ ਹਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਐਸੇ ਗੁਰੂ ਕੇ ਪਿਆਰੇ, ਜਿਹੜੇ ਆਪ ਜੁੜੇ ਹੋਏ, ਜਿਨ੍ਹਾਂ ਅੰਦਰ ਕੋਈ ਵੀ ਵਿਕਾਰ ਨਹੀਂ ਹੈ। ਕਰੇ ਸਤਰਤਾ ਸੋ ਪਛਤਾਵ ਹੈ। ਤੇ ਜਿਹੜਾ ਇਹਨਾਂ ਨਾਲ ਦੁਸ਼ਮਣੀ ਕਰੇਗਾ ਉਹ ਪਛਤਾਵੇਗਾ। ਪ੍ਰਿਥੀ ਚੰਦ ਵਰਗੇ ਦੁਸ਼ਮਣੀ ਕੀਤੀ, ਅੰਤ ਨੂੰ ਪਛਤਾਣਾ ਪਿਆ। ਸੁਲੀ ਖਾਂ ਚੜ ਕੇ ਆਇਆ, ਪਰ ਖਾਲਸਾ ਜੀ ਉਹਦਾ ਕੀ ਹੋਇਆ? ਸੁਲਹੀ ਹੋਏ ਮੁਆ ਨਾਪਾਕ, ਅਪਵਿੱਤਰ ਹੋ ਕੇ ਮਰਿਆ। ਜਿਹੜਾ ਚੜ ਕੇ ਆਇਆ ਇਹਨਾਂ ਵੱਲ, ਉਹ ਆਪ ਹੀ ਲੈ ਕੇ ਜਾਵੇਗਾ।
ਪਛਤਾਵੇਗਾ, ਦੁਖੀ ਹੋਵੇਗਾ। ਸੇਵ ਹੈ ਪ੍ਰੀਤ ਸਕਲ ਸੁਖ ਪਾਵ ਹੈ। ਤੇ ਜਿਹੜਾ ਇਹਨਾਂ ਦੀ ਸੇਵਾ ਕਰੇਗਾ ਉਹਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋਵੇਗੀ। ਅਟਕ ਬਾਕ ਸੁਨ ਕੈ ਅਬ ਮੇਰੇ। ਮੋਹਨ ਜੀ ਅੰਦਰ ਵਿਚਾਰ ਕਰਦੇ ਨੇ ਕਿ ਦੇਖਿਆ ਮੇਰੇ ਮਨਾ, ਇਹਨਾਂ ਨੇ ਮੇਰੇ ਕੌੜੇ ਬਚਨ ਸੁਣ ਕੇ ਅਜੇ ਅਜੇ ਹੀ ਰਹੇ ਅਛੋਵ ਸਿੰਧ ਸਮਹੇਰੇ। ਜਿਵੇਂ ਸਮੁੰਦਰ ਹੈ ਲਾਪਰਵਾਹ ਰਹਿੰਦਾ ਹੈ, ਉਹਨੂੰ ਕਿਸੇ ਨਾਲ ਵੈਰ ਨਹੀਂ। ਸੈਂਕੜੇ ਨਦੀਆਂ ਸਮੁੰਦਰ ਵਿੱਚ ਜਾਂਦੀਆਂ ਪਰ ਉਹਨੂੰ ਹੰਕਾਰ ਨਹੀਂ ਹੁੰਦਾ, ਉਹਨੂੰ ਗੁੱਸਾ ਨਹੀਂ ਆਉਂਦਾ, ਬਹੁਤੇ ਉਛਾਲੇ ਨਹੀਂ ਮਾਰਦਾ। ਇਹ ਸਮੁੰਦਰ ਵਾਂਗ ਅਛੋਭ ਹਨ, ਬਹੁਤੇ ਉਛਾਲੇ ਮਾਰਨ ਵਾਲੇ ਨਹੀਂ, ਈਰਖਾ ਵਾਲੇ ਨਹੀਂ, ਕ੍ਰੋਧੀ ਨਹੀਂ। ਇਹਨੂੰ ਕਹਿੰਦੇ ਰੱਬ। ਖਾਲਸਾ ਜੀ, ਇਹ ਰੱਬ ਦੁਨੀਆ ਤੇ ਹੈ। ਅੱਜ ਵੀ ਐਸਾ ਬੰਦਾ ਰੱਬ ਹੈ ਜਿਹਦੇ ਅੰਦਰ ਕ੍ਰੋਧ ਨਾ ਆਵੇ, ਈਰਖਾ ਨਾ ਆਵੇ, ਟਿਕਿਆ ਰਵੇ, ਸ਼ਾਂਤ ਰਵੇ। ਹੈ ਨਹੀਂ ਹਨ, ਹੋਣਗੇ ਰੱਬ ਦੇ ਪਿਆਰੇ, ਪਰ ਹੈਰ ਵਿਰਲੇ ਨਾ ਹੀ ਘਣੇ ਜਿਹੜੇ ਬਿਲਕੁਲ ਟਿਕੇ ਹੋਏ ਹਨ। ਤੇ ਇਹ ਗੁਰੂ ਅਰਜਨ ਦੇਵ ਮਹਾਰਾਜ ਸਮੁੰਦਰ ਵਾਂਗ ਗਹਿਰ ਗੰਭੀਰ ਅਤੇ ਅਛੋਭ ਹਨ। ਸ਼ਾਂਤ ਰਿਦਾ ਸਮਤਾ ਮੁਝ ਸਾਥ। ਇਹ ਤਾਂ ਸ਼ਾਂਤ ਹਿਰਦੇ ਵਾਲੇ ਹਨ। ਜਿਵੇਂ ਸਤਿਪੁਰਖਾਂ ਦਾ ਹਿਰਦਾ ਸ਼ਾਂਤ ਹੁੰਦਾ ਹੈ, ਇਸ ਤਰ੍ਹਾਂ ਇਹ ਸ਼ਾਂਤ ਹਿਰਦੇ ਵਾਲੇ ਇਹ ਮੈਨੂੰ ਚੰਗੇ ਲੱਗਦੇ ਹਨ। ਗਾਏ ਸ਼ਬਦ ਸ੍ਰੀ ਅਰਜਨ ਨਾਥ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਹੜਾ ਪਾਵਨ ਸ਼ਬਦ ਗਾਇਨ ਕੀਤਾ ਹੈ। ਸ੍ਰੀ ਗੁਰ ਅਮਰ ਪਿਤਾ ਕੇ ਬੈਨ। ਤੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੋ ਮੇਰੇ ਪਿਤਾ ਜੀ ਹਨ, ਇਹ ਉਹਨਾਂ ਦੇ ਬਚਨਾਂ ਵਾਂਗ ਇਹਨਾਂ ਨੇ ਬਚਨ ਗਾਇਨ ਕੀਤੇ ਹਨ। ਕੀਨ ਬੇਗਾਰ ਜੇ ਮਾਨੇ ਮੈਂ ਨਾ। ਤੇ ਮੇਰੇ ਪਿਤਾ ਨੇ ਕਿਹਾ ਸੀ, ਪੁੱਤਰ ਜੇ ਤੂੰ ਅਜੇ ਇਹਨਾਂ ਦੇ ਸਾਡੇ ਬਚਨ ਨਹੀਂ ਮੰਨ ਰਿਹਾ, ਅੱਗੇ ਜਾ ਕੇ ਮੰਨੇਗਾ। ਕਿਉਂਕਿ ਐਸੇ ਬਚਨ ਜਿਹੜੇ ਮੇਰੇ ਪਿਤਾ ਨੇ ਕਹੇ ਸਨ ਉਹ ਉਦੋਂ ਮੈਂ ਨਹੀਂ ਮੰਨੇ। ਅਬ ਨਹਿ ਉਚਿਤ ਬੇਗਾਰਨ ਬਾਤੇ। ਤੇ ਹੁਣ ਤਾਂ ਮੈਂ ਇਹ ਭੈੜੇ ਬਚਨ ਨਾ ਆਖਾਂ, ਇਹਨਾਂ ਨੂੰ ਚੰਗਾ ਹੈ। ਇਹ ਤਾਂ ਸਤਿਪੁਰਖ ਹਨ, ਪਰਮੇਸ਼ਰ ਰੂਪ ਹਨ, ਨਾ ਵਿਗਾਣਾ ਇਹਨਾਂ ਨਾਲ ਇਹੀ ਚੰਗਾ ਹੈ। ਪਰੋਂ ਸੁਧਾਰਨ ਹੋਏ ਸੁਖ ਸ਼ਾਂਤੇ। ਤੇ ਮੈਂ ਤਾਂ ਹੁਣ ਆਪਣੇ ਆਪ ਨੂੰ ਸੁਧਾਰ ਲਵਾਂ, ਜੋ ਮੇਰੀ ਪਹਿਲਾਂ ਗਲਤੀ ਹੋਈ ਸੀ ਉਹਨੂੰ ਸੁਧਾਰ ਲਵਾਂ ਤੇ ਸੁਖ ਸ਼ਾਂਤੀ ਨਾਲ ਆਪਣੇ ਹਿਰਦੇ ਵਿੱਚ ਰੱਬ ਨਾਲ ਜੁੜਿਆ ਰਵਾਂ। ਜਗ ਮਹਿ ਨਿੰਦਾ ਪੂਰਬ ਲਏ। ਮੇਰੀ ਬਹੁਤੀ ਨਿੰਦਾ ਹੋਈ ਦੁਨੀਆ ਵਿੱਚ ਪਹਿਲਾਂ। ਦੇਖੋ ਮੋਹਨ ਜੀ ਨੇ ਮੱਥਾ ਨਹੀਂ ਟੇਕਿਆ ਗੁਰੂ ਰਾਮਦਾਸ ਮਹਾਰਾਜ ਜੀ ਨੂੰ। ਮੋਹਨ ਜੀ ਨੇ ਬੜੇ ਬੁਰੇ ਬਚਨ ਆਖੇ ਗੁਰੂ ਰਾਮਦਾਸ ਮਹਾਰਾਜ ਨੂੰ। ਇਤਨੀ ਨਿੰਦਾ ਮੇਰੀ ਹੋਈ, ਇਹ ਅੱਜ ਵੀ ਲੋਕੀ ਨਿੰਦਾ ਕਰਦੇ ਹਨ। ਆਬ ਸੁਧਰੈ ਗੁਰਬਾਣੀ ਦਈ। ਤੇ ਹੁਣ ਮੇਰੀ ਸਾਰੀ ਨਿੰਦਾ ਧੋਤੀ ਜਾਵੇਗੀ, ਉਹ ਮੈਲ ਧੋਤੀ ਜਾਵੇਗੀ, ਸ਼ੁੱਧ ਹੋ ਜਾਵੇਗੀ, ਮੇਰਾ ਹਿਰਦਾ ਸੁਧਰ ਜਾਵੇਗਾ। ਜੇ ਮੈਂ ਪੋਥੀਆਂ ਦੇ ਦੇਵਾਂ ਇਹਨਾਂ ਨੂੰ ਤਾਂ ਹੀ ਮੇਰਾ ਭਲਾ ਹੋਵੇਗਾ। ਏਮ ਵਿਚਾਰ ਕਰ ਲੈ ਕਰ ਪੋਥੀ। ਇਸ ਤਰ੍ਹਾਂ ਬਾਬਾ ਮੋਹਨ ਜੀ ਆਪਣੇ ਮਨ ਵਿੱਚ ਵਿਚਾਰ ਕਰਕੇ ਪੋਥੀ, ਜੋ ਪੋਥੀਆਂ ਸਾਹਿਬਨ ਖਾਲਸਾ ਜੀ, ਗੁਰੂ ਨਾਨਕ ਮਹਾਰਾਜ ਜੀ ਦੀ ਪੋਥੀ ਹੈ, ਉਹ ਬਾਣੀ ਜੋ ਲਿਖੀ ਹੋਈ ਸੀ, ਗੁਰੂ ਅੰਗਦ ਦੇਵ ਮਹਾਰਾਜ ਦੀ ਬਾਣੀ, ਗੁਰੂ ਅਮਰਦਾਸ ਮਹਾਰਾਜ ਦੀ ਬਾਣੀ, ਜੋ ਪੋਥੀਆਂ ਰੂਪ ਬਾਬਾ ਮੋਹਨ ਜੀ ਕੋਲ ਸਨ, ਉਹ ਸਾਰੀਆਂ ਪੋਥੀਆਂ ਲੈ ਕੇ ਮਤ ਤਜ ਦੀਨ ਪ੍ਰੇਮ ਤੇ ਥੋਥੀ। ਜਿਹੜੀ ਪ੍ਰੇਮ ਤੋਂ ਥੋਥੀ ਮਤ ਸੀ ਖਾਲਸਾ ਜੀ। ਥੋਥੀ ਕਹਿੰਦੇ ਖਾਲੀ, ਸਖਣੀ। ਜਿਹੜੀ ਪ੍ਰੇਮ ਤੋਂ ਸਖਣੀ ਮਤ ਹੈ ਨਾ, ਉਹ ਛੱਡ ਕੇ ਹੁਣ ਪ੍ਰੇਮ ਧਾਰਨ ਕਰਕੇ, ਸ਼ਰਧਾ ਧਾਰਨ ਕਰਕੇ ਬਾਬਾ ਮੋਹਨ ਜੀ
ਪੋਥੀਆਂ ਲੈ ਕੇ ਨਿਜ ਚੁਬਾਰੇ ਬਾਹਰ ਤੇ ਆਇਓ ਆਪਣੇ ਚੁਬਾਰੇ ਸਾਹਿਬ ਤੋਂ ਬਾਬਾ ਮੋਹਨ ਜੀ ਬਾਹਰ ਆਏ ਹਨ। ਸ੍ਰੀ ਅਰਜਨ ਕੋ ਤਬ ਦਰਸਾਇਓ ਤੇ ਬਾਹਰ ਆ ਕੇ ਦਰਸ਼ਨ ਕੀਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ। ਚਤਰ ਗੁਰੂ ਕੇ ਜੋਤ ਕਿਰਪਾਲਾ ਤੇ ਵਿਚਾਰ ਕਰਦੇ ਚਾਰ ਗੁਰੂਆਂ ਦੀ ਜਿਹੜੀ ਜੋਤ ਹੈ ਕਿਰਪਾਲੂ ਜੋਤ ਏਨ ਮਝਾਰ ਸੋ ਬਸਹਿ ਬਸਾਲਾ ਉਹ ਜੋਤ ਇਹਨਾਂ ਦੇ ਵਿੱਚ ਬਿਰਾਜਮਾਨ ਹੈ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਗੁਰ ਥਿਰ ਕੀਓ ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮਹਿ ਦਿਓ। ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜੁਨ ਪਿੱਖੋ ਨੈਣ ਇੱਕੋ ਹੀ ਰੂਪ ਹਨ। ਇਹ ਚਾਰ ਗੁਰੂਆਂ ਦੀ ਜਿਹੜੀ ਜੋਤ ਹੈ ਪਿੱਛੇ ਚਲਦੀ ਆਈ ਅੱਜ ਇਹਨਾਂ ਵਿੱਚ ਬਿਰਾਜਮਾਨ ਹੋ ਗਈ ਹੈ। ਦੇਖ ਸਰੂਪ ਸੋ ਹੋਏ ਪ੍ਰਸੰਨ ਬਾਬਾ ਮੋਹਨ ਜੀ ਉਹੀ ਸਰੂਪ ਦੇਖਿਆ ਜੋ ਇਹਨਾਂ ਦੇ ਅੰਦਰ ਸੀ। ਖਾਲਸਾ ਜੀ ਅੱਖੋ ਸਤਨਾਮ ਸ੍ਰੀ ਵਾਹਿਗੁਰੂ ਜੋ ਸਮਾਧੀ ਵਾਲਾ ਰੂਪ ਦੇਖਿਆ ਰੱਬ ਦਾ ਅੱਜ ਸਾਹਮਣੇ ਬੈਠੇ ਰੱਬ ਰੂਪ ਪੁੰਜੇ ਬੈਠੇ ਹਨ ਨੰਗੇ ਪੈਰੀ ਬੈਠੇ ਨਾਲ ਸੰਗਤਾਂ ਬੈਠੀਆਂ ਤਾਨਪੂਰਾ ਹੱਥ ਵਿੱਚ ਹੈ। ਐਸਾ ਸਰੂਪ ਦੇਖ ਕੇ ਬਾਬਾ ਮੋਹਨ ਜੀ ਬੜੇ ਖੁਸ਼ ਹੋਏ। ਕਹਿਓ ਕਿ ਸ੍ਰੀ ਅਰਜਨ ਤੁਮ ਧੰਨ ਤੇ ਬਾਬਾ ਜੀ ਨੇ ਆਖਿਆ ਗੁਰੂ ਅਰਜਨ ਦੇਵ ਮਹਾਰਾਜ ਜੀ ਤੁਸੀਂ ਧੰਨ ਹੋ ਧੰਨ ਹੋ। ਸਤਗੁਰ ਦੇਖਿਓ ਮੋਹਨ ਆਇਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਅੱਜ ਦੇਖਿਆ ਨਹੀਂ ਮਹਾਰਾਜ ਨੇ ਦੇਖਿਓ। ਪਹਿਲਾ ਮਰਜੀ ਅੱਖਾਂ ਬੰਦ ਸਨ ਖਾਲਸਾ ਜੀ। ਜਦੋਂ ਪਹਿਲਾ ਪਤਾ ਉਚਾਰਿਆ ਅੱਖਾਂ ਬੰਦ ਰੱਬ ਨਾਲ ਮੋਹਨ ਨਾਲ ਜੁੜੇ ਹੋਏ ਅਸਲ ਮੋਹਨ ਨਾਲ ਬਚਨ ਸੁਣੇ ਕੰਨੀ ਬਾਬਾ ਮੋਹਨ ਜੀ ਦੇ ਫਿਰ ਜੁੜ ਕੇ ਦੂਜਾ ਪਦਾ ਉਚਾਰਿਆ ਅੱਖਾਂ ਬੰਦ ਹਨ। ਜਦੋਂ ਮੋਹਨ ਜੀ ਬਾਹਰ ਆਏ ਸਾਹਮਣੇ ਵੇਖਿਆ ਫਿਰ ਅੱਖਾਂ ਖੁੱਲੀਆਂ ਗੁਰੂ ਅਰਜਨ ਦੇਵ ਮਹਾਰਾਜ ਦੀਆਂ ਅੱਖਾਂ ਨੇਤਰ ਖੋਲ ਕੇ ਮਹਾਰਾਜ ਜੀ ਨੇ ਦਰਸ਼ਨ ਕੀਤੇ ਹਨ। ਕੋਨ ਤੀਜੋ ਪਦ ਸ਼ਬਦ ਅਲਾਇਓ ਫਿਰ ਇਸ ਸ਼ਬਦ ਦਾ ਤੀਜਾ ਪਦਾ ਮਹਾਰਾਜ ਜੀ ਨੇ ਇਸ ਤਰ੍ਹਾਂ ਆਲਾਪ ਕੀਤਾ ਹੈ। ਮੋਹਨ ਤੁਧ ਸਤ ਸੰਗਤ ਧਿਆਵੈ ਦਰਸ ਧਿਆਨਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਇਹਨੂੰ ਕਹਿੰਦੇ ਸੰਗੀਤজ্ঞ ਆਲਾਪ ਕਰਨਾ। ਉਹ ਗਾਣਾ ਕੀ ਹੁੰਦਾ ਹੈ ਇੱਕ ਤਰੰਗਾਂ ਵਿੱਚ ਆ ਕੇ ਰੂਹਾਨੀ ਰਸ ਵਿੱਚ ਆ ਕੇ ਧੁਨੀ ਨੂੰ ਬਾਹਰ ਕੱਢਣਾ ਹੁੰਦਾ ਹੈ। ਮੋਹਨ ਤੁਧ ਧਿਆਵੈ ਇਹ ਮੋਹਨ ਜੀ ਤੁਹਾਨੂੰ ਸਾਰੇ ਧਿਆਰੇ ਹਨ। ਰੱਬ ਜੀ ਤੁਹਾਨੂੰ ਸਾਰੇ ਧਿਆਰੇ ਨੇ। ਸਾਧ ਸੰਗਤ ਵਿੱਚ ਬੈਠ ਕੇ ਧਿਆਨ ਵਿੱਚ ਸਾਰੇ ਸਮਾਧੀ ਵਿੱਚ ਜੁੜ ਕੇ ਤੁਹਾਨੂੰ ਧਿਆ ਰਹੇ ਹਨ ਜਪ ਰਹੇ ਹਨ ਤੁਹਾਡੇ ਦਰਸ਼ਨ ਕਰ ਰਹੇ ਹਨ। ਮੋਹਨ ਜਮ ਨੇੜ ਨ ਆਵੈ ਤੁਧ ਜਪਹਿ ਨਿਦਾਨਾ ਇੱਥੇ ਪਾਠ ਨਿਦਾਨਾ ਹੈ ਨਿਧਾਨ ਨਹੀਂ ਹੈ। ਅਸੀਂ ਮੜਾ ਜੋ ਲਾਣੇ ਨਿਧਾਨਾ ਓਲਾ ਬੋਲੋ ਨਿਦਾਨਾ। ਨਿਦਾਨ ਕਹਿੰਦੇ ਅੰਤ ਨੂੰ ਅਖੀਰ ਨੂੰ। ਨਿਦਾਨ ਹੁੰਦਾ ਖਜ਼ਾਨਾ। ਭਾਈ ਸਾਹਿਬ ਨੇ ਬਿਲਕੁਲ ਠੀਕ ਪੜਿਆ ਨਿਦਾਨਾ ਕਿ ਹੇ ਮੇਰੇ ਮੋਹਨ ਜੀ ਰੱਬ ਜੀ ਜਿਹੜੇ ਤੁਹਾਨੂੰ ਜਪਣਗੇ ਤਿੰਨ ਜਮ ਨੇੜ ਨ ਆਵੇ ਉਹਨਾਂ ਦੇ ਨੇੜੇ ਜਮਦੂਤ ਨਹੀਂ ਆਉਣਗੇ। ਅੰਤ ਵੇਲੇ ਕੋਈ ਦੂਤ ਨਹੀਂ ਉਹਨਾਂ ਕੋਲ ਆਵੇਗਾ। ਉਹ ਜਿੰਦੇ ਜੀ ਕੋਈ ਨਹੀਂ ਆਵੇਗਾ ਭਾਈ। ਮਰਨ ਤੋਂ ਬਾਅਦ ਕੀ ਆਉਣਾ? ਜਿੰਦੇ ਦੂਤ ਬੜੇ ਬੈਠੇ ਨੇ ਇੱਥੇ ਤਾਂ ਦੁਨੀਆ ਵਿੱਚ ਜਿਹੜੇ ਦੁੱਖ ਦੇਣ ਵਾਲੇ ਦੂਤ ਰੂਪ ਹਨ ਖਾਲਸਾ ਜੀ ਉਹ ਦੁਨੀਆ ਵਿੱਚ ਵੀ ਹਨ। ਸਤਿਗੁਰੂ ਨੇ ਪਹਿਲਾਂ ਇੱਥੇ ਵਿਖਾਤੇ ਭਾਈ ਇੱਥੇ ਵੀ ਹਨ ਧਿਆਨ ਰੱਖਣਾ ਅੱਗੇ ਵੀ ਹਨ। ਹੇ ਮੇਰੇ ਰੱਬ ਜੀ ਜਿਹੜੇ ਜਿਹੜੇ ਗੁਰੂ ਕੇ ਪਿਆਰੇ ਸਾਧ ਸੰਗਤ ਵਿੱਚ ਬੈਠ ਕੇ ਤੁਹਾਡਾ ਨਾਮ ਜਪਣਗੇ ਉਹਨਾਂ ਨੇੜੇ ਦੂਤ ਨਹੀਂ ਆਉਣਗੇ। ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਹੇ। ਉਹ ਦੂਤ ਨੇੜੇ ਆਉਂਦੇ ਨਹੀਂ ਵੀ ਨਹੀਂ
ਇਹ ਸਤਸੰਗੀ ਹੈ, ਇਹ ਰੱਬ ਦਾ ਪਿਆਰਾ ਹੈ, ਇਹ ਉਸ ਮੋਹ ਨਾਲ ਜੁੜਿਆ ਹੋਇਆ ਹੈ ਜੋ ਸਭ ਨੂੰ ਮੋਹਿਤ ਕਰਨ ਵਾਲਾ ਹੈ। ਅਸੀਂ ਤਾਂ ਉਹਦੀ ਆਗਿਆ ਵਿੱਚ ਹਾਂ। ਇਸ ਕਰਕੇ ਰੱਬ ਜੀ ਜਿਹੜੇ ਜਿਹੜੇ ਤੁਹਾਡਾ ਨਾਮ ਜਪਦੇ ਹਨ, ਤੁਹਾਡੀ ਸੰਗਤ ਕਰਦੇ, ਉਹਨਾਂ ਨੇੜੇ ਦੂਤ ਦੁੱਖ ਆਦਿਕ ਨਹੀਂ ਆਉਂਦੇ। ਜਮ ਕਾਲ ਤਿਨ ਕੋ ਲੱਗੈ ਨਾਹੀ, ਜੋ ਇੱਕ ਮਨ ਧਿਆਵਹਿ। ਜਿਹੜੇ ਇੱਕ ਮਨ ਇੱਕ ਚਿੱਤ ਹੋ ਕੇ ਜਪਦੇ ਹਨ, ਵਾਹਿਗੁਰੂ 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 ਵਾਹਿਗੁਰੂ, ਸਾਰ ਜਪੋ ਭਾਈ। ਵਾਹਿਗੁਰੂ 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 ਵਾਹਿਗੁਰੂ। ਸਾਵਧਾਨ ਇਕਾਗਰ ਚਿੱਤ ਚੀਤ, ਇੱਕ ਛਿਨ ਜੇ ਇੱਕ ਛਿਨ ਧਿਆਇਓ, ਇੱਕ ਚਿੱਤ ਹੋ ਕੇ। ਇੱਕ ਛਿਨ ਲਈ ਜਿਹਨੇ ਜਪਿਆ ਕਾਲ ਫਾਸ ਕੇ बीच ਨਾ ਆਇਓ, ਐਸੇ ਕਲਗੀਧਰ ਪਾਤਸ਼ਾਹ ਦਾ ਬਚਨ ਹੈ। ਇੱਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ बीच ਨਾ ਆਇਓ। ਜਮ ਕਾਲ ਤਿਸਨੋ ਲੱਗੈ ਨਾਹੀ, ਉਹ ਭੈੜਾ ਸਮਾਂ ਉਹਦੇ ਕੋਲ ਨਹੀਂ ਆਵੇਗਾ ਖਾਲਸਾ ਜੀ। ਜਿਹੜਾ ਇੱਕ ਮਨ ਹੋ ਕੇ ਰੱਬ ਦਾ ਸਿਮਰਨ ਕਰੇਗਾ, ਭੈੜੇ ਦੁੱਖ ਦੇਣ ਵਾਲੇ ਇਹ ਬੰਦੇ ਵੀ ਨੇੜੇ ਨਹੀਂ ਆਉਣਗੇ, ਤੇ ਜਮਾ ਦਾ ਭੈੜਾ ਸਮਾਂ ਉਹ ਵੀ ਨੇੜੇ ਨਹੀਂ ਆਵੇਗਾ। ਮਨਾ ਜੇ ਇੱਕ ਮਨ ਹੋ ਕੇ ਵਾਹਿਗੁਰੂ ਜੋ ਮੋਹਨ ਹੈ ਉਹਦੀ ਆਰਾਧਨਾ ਕਰੇਗਾ, ਤੇਰੇ ਨੇੜੇ ਦੁੱਖ ਨਹੀਂ ਆਵੇਗਾ। ਮਾਨ ਬਚਨ ਕਰਮ ਜੇ ਤੁਧ ਅਰਾਧ ਹੈ, ਸੇ ਸਭੈ ਫਲ ਪਾਵਹਿ। ਮਨ ਕਰਕੇ, ਬਚਨ ਕਰਕੇ, ਕਰਮ ਕਰਕੇ ਜਿਹੜੇ ਰੱਬ ਨੂੰ ਧਿਆਉਣਗੇ, ਉਹਨੂੰ ਸਾਰੇ ਫਲਾਂ ਦੀ ਪ੍ਰਾਪਤੀ ਹੋਵੇਗੀ। ਮਨ ਵੀ ਨਾਲ ਜੁੜਿਆ ਹੋਵੇ ਨਾ, ਬਚਨ ਜ਼ੁਬਾਨ ਵਾਹਿਗੁਰੂ, ਮਨ ਨਾਲ ਜੁੜਿਆ ਹੋਵੇ। ਕਰਮ, ਇਹ ਸਾਧ ਸੰਗਤ ਕਰਦੇ ਹੋਏ ਇਹ ਕਰਮ ਹੈ। ਸਾਵਧਾਨ, ਸਰੀਰ ਸਾਵਧਾਨ ਹੋਵੇ, ਕਰਮ ਹੈ ਖਾਲਸਾ ਜੀ। ਜ਼ੁਬਾਨ ਬੋਲਦੀ ਹੋਵੇ, ਇਹ ਜ਼ੁਬਾਨ ਦੀ ਕਲਾ ਹੈ, ਇਹਨੂੰ ਕਹਿੰਦੇ ਕਰਮ ਕਰੇ। ਨਾਲ ਨਾਲ ਮਨ ਬਚਨ ਕਰਮ ਕਰਕੇ ਜ਼ੁਬਾਨ ਤੋਂ ਬਚਨ ਬਾਹਰ ਆਉਂਦਾ ਜਿਹੜਾ ਵਾਹਿਗੁਰੂ, ਇਹ ਮਨ ਦੀ ਸੁਰਤੀ ਨਾਲ ਜੁੜੀ ਹੋਵੇ। ਜਿਹੜੇ ਇਸ ਤਰ੍ਹਾਂ ਇੱਕ ਮਨ ਇੱਕ ਚਿੱਤ ਹੋ ਕੇ ਅਕਾਲ ਪੁਰਖ ਪ੍ਰਮਾਤਮਾ ਨੂੰ ਧਿਆਉਂਦੇ ਹਨ। ਹਾਲ ਮੂਤ ਮੂੜ ਜੇ ਮੁਗਧ ਹੋਤੇ, ਸੇ ਦੇਖ ਦਰਸ ਸੋ ਗਿਆਨਾ। ਜਿਹੜੇ ਬਿਲਕੁਲ ਮਲ ਮੁੱਤਰ ਭਰੇ ਭਾਵ, ਨਹਾਉਂਦੇ ਧੋਂਦੇ ਨਹੀਂ, ਜਿਨ੍ਹਾਂ ਕੋਲ ਕੋਈ ਨੇੜੇ ਬੈਠ ਕੇ ਰਾਜੀ ਵੀ ਨਹੀਂ ਸੀ, ਕੋੜੀ ਬਿਲਕੁਲ ਸਨ, ਪ੍ਰੇਮੇ ਕੋੜੀ ਵਰਗੇ, ਉਹ ਵੀ ਰੱਬ ਬਣ ਗਏ ਖਾਲਸਾ ਜੀ। ਸੇ ਦੇਖ ਦਰਸੋ ਗਿਆਨਾ, ਉਹ ਤੁਹਾਡਾ ਦਰਸ਼ਨ ਕਰਕੇ ਮਹਾਰਾਜ ਚੰਗੇ ਗਿਆਨੀ ਬਣ ਗਏ। ਜਿਨ੍ਹਾਂ ਦੇ ਕੋਲ ਕੋਈ ਬੈਠ ਕੇ ਰਾਜੀ ਨਹੀਂ, ਆ ਸਾਰੇ ਕਹਿੰਦੇ ਮੇਰੇ ਕੋਲ ਬੈਠੋ ਜੀ। ਇਹ ਹੈ ਤੁਹਾਡੇ ਨਾਮ ਦੀ ਮਹਿਮਾ ਮਹਾਰਾਜ, ਤੁਹਾਡੇ ਦਰਸ਼ਨ ਦੀ ਮਹਿਮਾ, ਤੁਹਾਡੀ ਬਖਸ਼ਿਸ਼ ਦੀ ਮਹਿਮਾ ਸਤਿਗੁਰ ਜੀ। ਇਹ ਤੁਹਾਡੀ ਐਸੀ ਮਹਿਮਾ ਹੈ। ਬਿਨਵੰਤ ਨਾਨਕ ਰਾਜ ਨੇਹ ਚੱਲ, ਪੂਰਨ ਪੁਰਖ ਭਗਵਾਨਾ। ਗੁਰੂ ਅਰਜਨ ਦੇਵ ਮਹਾਰਾਜ ਜੀ ਬੇਨਤੀ ਕਰਦੇ, ਹੇ ਰੱਬ ਜੀ, ਤੁਹਾਡਾ ਰਾਜ ਨਹੀਂ ਚਲ ਹੈ, ਜੋ ਕਦੀ ਚਲਾਏਮਾਨ ਨਹੀਂ ਹੁੰਦਾ, ਉਹ ਅਟਲ ਹੈ। ਤੁਸੀਂ ਪੂਰਨ ਪੁਰਖ ਭਗਵਾਨਾ, ਪੂਰਨ ਪੁਰਖ ਸਭ ਥਾਂ ਤੇ ਵਿਆਪਕ ਹੋ, ਸਭਨਾ ਦੇ ਮਾਲਕ ਹੋ। ਜੋ ਪਏ ਸੁਨਤ ਗਾਏ ਬੋ ਪ੍ਰੇਮ ਸਮੇਤਾ। ਜਦੋਂ ਇਸ ਤਰ੍ਹਾਂ ਮਹਾਰਾਜ ਜੀ ਨੇ ਇਹ ਸ਼ਬਦ ਗਾਇਨ ਕੀਤਾ, ਜਿਨ੍ਹਾਂ ਜਿਨ੍ਹਾਂ ਨੇ ਪ੍ਰੇਮ ਨਾਲ ਸ਼ਰਵਣ ਕੀਤਾ ਹੈ ਤੇ ਜਿਨ੍ਹਾਂ ਜਿਨ੍ਹਾਂ ਨੇ ਅੰਦਰੋਂ ਗਾਇਨ ਕੀਤਾ ਹੈ। ਤਾਲਨ ਅਰ ਮਾਧੁਰ ਨਕੇਤਾ। ਤਾਲ ਵੀ ਹੈ ਉੱਥੇ, ਤਾਲ ਕੀ ਹੈ? ਰੂਹਾਨੀ ਤਾਲ ਹੈ ਉੱਥੇ, ਮధుਰ ਆਵਾਜ਼ ਹੈ,
ਰੂਹਾਨੀ ਸੰਗੀਤ ਵਿੱਚ ਮਹਾਰਾਜ ਜੀ ਨੇ ਜਦੋਂ ਇਹ ਅਲਾਪ ਕੀਤਾ ਹੈ, ਗਾਵਤ ਰੁਕਿਓ ਕੰਠ ਜਲ ਨੈਨਾ। ਤੇ ਮਹਾਰਾਜ ਜੀ ਇਹ ਸ਼ਬਦ ਗਾਇਨ ਕਰਦੇ ਹੋਏ ਮਹਾਰਾਜ ਦਾ ਗਲਾ ਭਰ ਆਇਆ ਖਾਲਸਾ ਜੀ, ਗਲਾ ਰੁਕ ਗਿਆ, ਨੇਤਰਾਂ ਚੋਂ ਪ੍ਰੇਮ ਦੇ ਹੰਝੂ ਆਣ ਲੱਗੇ, ਉਸ ਮੋਹਨ ਦੀ ਯਾਦ ਵਿੱਚ ਜੁੜ ਕੇ ਪਾਏ ਪ੍ਰੇਮ ਤੇ ਗਦ ਗਦ ਬੈਨਾ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪ੍ਰੇਮ ਕਰਕੇ ਇਹ ਬਚਨ ਗਦ ਗਦ ਹੋ ਗਏ। ਗਦ ਗਦ ਕੀ ਹੋਏ ਖਾਲਸਾ ਜੀ, ਉਹ ਮਹਾਰਾਜ ਜਾਣਦੇ ਹਨ ਗਦ ਗਦ ਕੀ ਹੁੰਦਾ ਹੈ। ਜਦੋਂ ਪ੍ਰੇਮ ਦੀ ਛੋਭ ਅੰਦਰੋਂ ਬਾਹਰ ਆਵੇ ਨਾ, ਤਰੰਗਾ ਬਾਹਰ ਆਉਣ, ਤੇ ਉਹ ਫਿਰ ਗਲਾ ਜਿਹੜੀ ਹੋਮੇ ਦੀ ਬਿਰਤੀ ਹੈ ਉਹ ਖਤਮ ਹੋ ਜਾਂਦੀ ਹੈ। ਮਹਾਰਾਜ ਤਾਂ ਹੋਮੇ ਵਾਲੇ ਹੈ ਨਹੀਂ, ਇੱਕ ਮਿਕਸ ਹਨ, ਪਰ ਜਦੋਂ ਪ੍ਰੇਮ ਦੀ ਐਸੀ ਛੋਭ ਬਾਹਰ ਆਈ ਉਦੋਂ ਬੋਲਿਆ ਨਹੀਂ ਜਾਂਦਾ, ਗਲਾ ਭਰ ਜਾਂਦਾ ਹੈ। ਤੇ ਮਹਾਰਾਜ ਜੀ ਤੋਂ ਹੁਣ ਬੋਲਿਆ ਗਿਆ ਹੀ ਨਹੀਂ। ਬਸ ਉਸ ਤੋਂ ਬਾਅਦ ਜਦੋਂ ਤੀਜਾ ਪਦਾ ਗਾਇਨ ਕੀਤਾ, ਫਿਰ ਮਹਾਰਾਜ ਦਾ ਗਲਾ ਬਿਲਕੁਲ ਗਦ ਗਦ ਹੋ ਗਿਆ, ਐਵੇਂ ਭਰ ਗਿਆ ਜਿਵੇਂ ਹੁਣ ਅੱਗੇ ਪਾਣੀ ਡੁੱਲਣ ਦੀ ਜਗ੍ਹਾ ਹੀ ਨਾ ਰਵੇ। ਮੋਹਨ ਦੇਖ ਦਸਾ ਇਸ ਭੰਤੇ। ਬਾਬਾ ਮੋਹਨ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਐਸੀ ਦਸ਼ਾ ਵੇਖ ਕੇ ਭਗਨੇ ਸੁਤਤੇ ਲਹਿ ਸੁਖ ਛਾਤੇ। ਆਪਣੇ ਮਨ ਵਿੱਚ ਥੋੜੀ ਵਿਚਾਰ ਕੀਤੀ ਵੀ ਇਹ ਮੇਰੇ ਬੀਬੀ ਭਾਨੀ ਜੀ ਦੇ ਸਪੁੱਤਰ ਹਨ। ਭਗਨੀ ਕਹਿੰਦੇ ਭੈਣ, ਬੀਬੀ ਭਾਨੀ ਜੀ ਸੁੱਤ ਪੁੱਤਰ ਹਨ, ਸੁਖ ਮੈਨੂੰ ਇਹੀ ਦੇਣਗੇ। ਮੇਰੀ ਛਾਤੀ ਵਿੱਚ ਜਿਹੜਾ ਦੁੱਖ ਹੈ ਨਾ, ਕਲੇਜੇ 'ਚ ਦੁੱਖ ਹੈ ਬੜੇ ਸਾਲਾਂ ਦਾ, ਉਹ ਦੁੱਖ ਇਹੀ ਦੂਰ ਕਰਨਗੇ, ਸੁਖ ਦੀ ਦਾਤ ਇਹੀ ਦੇਣਗੇ। ਆਤ ਪ੍ਰਸੰਨ ਮੋਹਨ ਮਨ ਭਇਓ। ਤੇ ਮੋਹਨ ਜੀ ਆਪਣੇ ਮਨ ਵਿੱਚ ਬੜੇ ਖੁਸ਼ ਹੋਏ ਖਾਲਸਾ ਜੀਓ। ਸ਼ਬਦ ਬ੍ਰਿੰਦ ਆਗੇ ਧਰ ਦਿਓ। ਜਿਹੜੀ ਪੋਥੀਆਂ ਸ਼ਬਦ ਰੂਪ ਲੈ ਕੇ ਆਏ ਨਾ, ਉਹ ਮਹਾਰਾਜ ਜੀ ਦੇ ਅੱਗੇ ਧਰ ਦਿੱਤੀਆਂ। ਪਦ ਅਰਬਿੰਦਨ ਪਰ ਸਿਰ ਧਰਿਓ। ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨ ਕਮਲਾਂ ਤੇ ਮੱਥਾ ਟੇਕਿਆ ਬਾਬਾ ਮੋਹਨ ਜੀ ਨੇ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਜਿਹੜੇ ਸਮਾਧੀ ਖੋਲਦੇ ਨਹੀਂ ਸਨ, ਜਿਹੜੇ ਬੁਰਾ ਬਚਨ ਕਹਿੰਦੇ ਸਨ, ਅੱਜ ਉਹੀ ਬੁਰੇ ਚਰਨਾਂ ਤੇ ਚੈ ਪਏ ਖਾਲਸਾ ਜੀਓ। ਇਹ ਹੁੰਦਾ ਹੈ ਜਿਨ੍ਹਾਂ ਨੇ ਕ੍ਰੋਧ ਕਾਬੂ ਚ ਕੀਤਾ ਹੋਇਆ ਹੈ, ਈਰਖਾ ਕਾਬੂ ਚ ਕੀਤੀ ਹੋਈ ਹੈ, ਗੁਰੂ ਦੀ ਬਖਸ਼ਿਸ਼ ਨਾਲ ਆਪਣੇ ਆਪ ਨਹੀਂ ਹੁੰਦੀ ਹੈ। ਇਹ ਗੁਰੂ ਦੀ ਬਖਸ਼ਿਸ਼ ਹੋਵੇ ਤਾਂ ਕਾਬੂ ਚ ਆਉਂਦੀ ਖਾਲਸਾ ਜੀਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜਿਹੜੇ ਕੋਈ ਕੋੜਾ ਬਚਨ ਨਹੀਂ ਆਖਿਆ ਇਹਨਾਂ ਨੇ। ਤੇ ਬਾਬਾ ਮੋਹਨ ਜੀ ਗੁੱਸੇ ਵਾਲੇ ਵੀ ਸਨ, ਇਤਨੇ ਗੁੱਸੇ ਵਾਲੇ ਕਿ ਨੇੜੇ ਕੋ ਜਾ ਕੇ ਰਾਜੀ ਨਹੀਂ। ਪਤਾ ਜਦੋਂ ਜਾਵਾਂਗੇ ਤੇ ਗਾਲਾਂ ਪੈਣਗੇ ਇਥੋਂ। ਕਿਹੜਾ ਬਚਨ ਕਹਿਤਾ ਨਾ, ਉਹ ਅਟਲ ਹੋਣਾ ਹੀ ਹੋਣਾ ਹੈ। ਕੋਈ ਨੇੜੇ ਜਾ ਕੇ ਰਾਜੀ ਨਹੀਂ ਸੀ, ਪਰ ਗੁਰੂ ਅਰਜਨ ਦੇਵ ਮਹਾਰਾਜ ਨੂੰ ਪਤਾ ਸੀ ਬਚਨ ਕੌੜੇ ਕਹਿਣਗੇ ਪਰ ਝੁਕੇ ਰਹਿਣਾ ਹੈ, ਹੱਥ ਜੋੜ ਕੇ ਰੱਖਣੇ ਨੇ, ਅੱਖਾਂ ਨੀਵੀਆਂ ਰੱਖਣੀਆਂ। ਮਹਾਰਾਜ ਬਖਸ਼ਿਸ਼ ਕਰੋ, ਬੁਰੇ ਹਾਂ, ਬੁਰੇ ਭਲੇ ਹਮ ਥਾਰੇ। ਕਦੀ ਸਹਿਜ ਪਾਠ ਕਰਨਾ ਗੁਰੂ ਗ੍ਰੰਥ ਸਾਹਿਬ ਦਾ। ਜਿੱਥੇ ਮਹੱਲਾ ਪੰਜਵਾਂ ਹੁੰਦਾ ਨਾ, ਉੱਥੇ ਵੈਸੇ ਇੱਕੋ ਹੀ ਰੂਪ ਹੈ ਬਾਣੀ ਸਾਰੀ। ਜਿੱਥੇ ਖਾਸ ਵਿਸ਼ੇਸ਼ਤਾ ਮਹੱਲਾ ਪੰਜਵਾਂ ਹੁੰਦਾ ਨਾ, ਉੱਥੇ ਕੀ ਹੈ? ਧੂੜੀ ਹੈ, ਬਸ ਧੂੜੀ ਮੰਗਦੇ ਮਹਾਰਾਜ। ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ। ਨਾਨਕ ਦਾਸ ਇਹ ਹੈ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਧੂੜੀ ਵਿੱਚ ਲੁੜੰਦੜੀ ਸੋਹਾ, ਨਾਨਕ ਤੈਸੈ ਨਾਲੇ। ਹਰ ਵੇਲੇ ਧੂੜੀ ਵਿੱਚ ਮਹਾਰਾਜ। ਜਿੱਥੇ ਧੂੜੀ ਹੈ ਉੱਥੇ ਗਾਲਾਂ ਕੱਢੀ ਜਾਵੇ, ਨੀਵੇਂ ਹਨ ਮਹਾਰਾਜ। ਇਹ ਸੀ ਗੁਰੂ ਅਰਜਨ ਦੇਵ ਮਹਾਰਾਜ। ਸਹਿਨਸ਼ੀਲਤਾ ਦੇ ਪੁੰਜ ਕਹਿ ਲੋ, ਸਹਿਨਸ਼ੀਲਤਾ ਸ਼ੁਰੂ ਇੱਥੋਂ ਹੀ ਹੁੰਦੀ ਹੈ ਖਾਲਸਾ ਜੀ। ਬਾਬਾ ਮੋਹਨ ਜੀ ਆਪ ਚਰਨਾਂ ਤੇ ਟਹਿ ਪਏ। ਲੋ ਮਹਾਰਾਜ, ਤੁਹਾਡੀ ਮਾਨਤ ਸਾਂਭ ਕੇ ਰੱਖੀ ਸੀ, ਅੱਜ ਤੁਸੀਂ ਆਪੇ ਲੈਣ ਆ ਗਏ ਹੋ। ਨਹੀਂ ਉਠਾਵਨ ਕੋ ਪੁਨ ਕਰਿਓ। ਇੱਕ ਵਾਰੀ ਸੀਸ ਰੱਖਤਾ, ਮੁੜ ਕੇ ਉਠਾਇਆ ਨਹੀਂ ਖਾਲਸਾ ਜੀ।
ਵਾਹਿਗੁਰੂ ਵਾਹਿਗੁਰੂ। ਬਾਬਾ ਮੋਹਨ ਜੀ ਦਾ ਸੀਸ ਇੱਕ ਵਾਰੀ ਧਰਤੀ ਤੇ ਆ ਗਿਆ ਬਸ। ਬਾਬਾ ਮੋਹਨ ਜੀ ਵੀ ਗਦ-ਗਦ ਹੋਏ ਖਾਲਸਾ ਜੀ। ਅੱਖਾਂ ਚੋਂ ਇਹਨਾਂ ਦੇ ਵੀ ਹੰਝੂ ਆਣ ਲੱਗੇ ਕਿ ਦੋਵੇਂ ਇੱਕੋ ਹੀ ਰੂਪ ਹਨ। ਗੁਰੂ ਅਰਜਨ ਦੇਵ ਮਹਾਰਾਜ ਦੀ ਅੱਖਾਂ ਬੰਦ ਹਨ ਖਾਲਸਾ ਜੀਓ। ਬਾਬਾ ਮੋਹਨ ਜੀ ਵੀ ਨੀਵੇਂ ਹੋਏ। ਦੋਵਾਂ ਦੇ ਸੀਸ ਹੁਣ ਇੱਕੋ ਹੀ ਰੂਪ ਹਨ। ਇਧਰ ਸੀਸ ਥੋੜਾ ਨੀਵਾਂ ਹੈ ਗੁਰੂ ਅਰਜਨ ਦੇਵ ਮਹਾਰਾਜ ਦਾ, ਤੇ ਬਾਬਾ ਮੋਹਨ ਜੀ ਦਾ ਸੀਸ ਬਿਲਕੁਲ ਝੁਕਿਆ ਹੋਇਆ ਚਰਨਾਂ ਵਿੱਚ ਇਹਨਾਂ ਦੇ। ਮੁੜ ਕੇ ਸੀਸ ਰੱਖਿਆ, ਇੱਕ ਵਾਰੀ ਰੱਖਿਆ, ਮੁੜ ਕੇ ਉਠਾਇਆ ਨਹੀਂ ਇਹਨਾਂ ਨੇ। ਆਪਨ ਕਰੂਰਤਾ ਚਹਿ ਬਖਸ਼ਾਵਨ। ਚਾਹੁੰਦੇ ਹਨ ਕਿ ਮੇਰੀ ਕਰੂਰਤਾ ਖਤਮ ਹੋ ਜਾਵੇ, ਮੇਰੇ ਅੰਦਰ ਜਿਹੜੀ ਨਿਰਦਇਤਾ ਹੈ, ਦਇਆ ਭਾਵਨਾ ਹੈ ਨਹੀਂ, ਕੌੜੇ ਬਚਨ ਹਨ, ਝਗੜਾਲੂ ਬਿਰਤੀ ਹੈ, ਇਹ ਖਤਮ ਹੋ ਜਾਵੇ। ਆਪਣੇ ਇਹ ਸੁਭਾਅ ਬਖਸ਼ਾਣਾ ਚਾਹੁੰਦੇ ਹਨ। ਆਗੇ ਪਾਛੈ ਕੀਨ ਅਭਾਵਨ। ਜਿਹੜੀ ਮੈਂ ਇਹਨਾਂ ਦੇ ਸਾਹਮਣੇ ਭੈੜੇ ਬਚਨ ਆਖੇ, ਕਰੂਰਤਾ ਕੀਤੀ, ਇਹ ਵੀ ਬਖਸ਼ਾਣੀ ਹੈ। ਜਿਹੜੀ ਇਹਨਾਂ ਤੋਂ ਬਾਅਦ ਚੋਂ ਪਿੱਠ ਪਿੱਛੇ ਕੀਤੀ ਸੀ, ਮੈਂ ਕਈ ਵਾਰੀ ਕਰਦਾ ਰਿਹਾ, ਚੰਗਾ ਠੱਗ ਸੀ ਉਹ ਜਿਹੜੀ ਮੈਂ ਕਰੂਰਤਾ ਕੀਤੀ, ਭੈੜੇ ਬਚਨ ਕੀਤੇ, ਉਹ ਸਭ ਬਖਸ਼ਾ ਲਵਾਂ ਇਹਨਾਂ ਤੋਂ। ਸ੍ਰੀ ਅਰਜਨ ਅਵਲੋਕਨ ਕੀਨਾ। ਤੇ ਮਹਾਰਾਜ ਜੀ ਨੇ ਜਦੋਂ ਨੇਤਰ ਖੋਲੇ, ਇਹ ਨੇਤਰ ਪ੍ਰਕਾਸ਼ ਕਰਕੇ ਮਹਾਰਾਜ ਨੇ ਵੇਖਿਆ ਹੈ। ਨਿਰਹੰਕਾਰ ਸੋ ਨਮਰ ਅਧੀਨਾ। ਕਿ ਬਾਬਾ ਮੋਹਨ ਜੀ ਨਿਰਅਹੰਕਾਰ, ਕੋਈ ਹੰਕਾਰ ਨਹੀਂ ਰਿਹਾ, ਲੇਸ਼ ਮਾਤਰ ਵੀ ਹੰਕਾਰ ਨਹੀਂ ਖਾਲਸਾ ਜੀ। ਹਰ ਬੰਦੇ ਅੰਦਰ ਥੋੜਾ ਬਹੁਤਾ ਹੰਕਾਰ ਤਾਂ ਰਹਿ ਜਾਂਦਾ ਹੈ, ਪਰ ਬਿਲਕੁਲ ਹੰਕਾਰ ਲੇਸ਼ ਮਾਤਰ ਵੀ ਨਹੀਂ। ਸਰਲ ਹਿਰਦਾ ਹੋ ਗਿਆ। ਦੇਖੋ ਇਹ ਹੈ ਗੁਰੂ ਕੀ ਬਾਣੀ। ਅਜੇ 3 ਪਦੇ ਉਚਾਰਨ ਕੀਤੇ, ਸਾਰਾ ਹੰਕਾਰ ਹੀ ਖਤਮ ਹੋ ਗਿਆ। ਜੁੜੇ ਹੋਏ ਸਨ ਪਹਿਲਾਂ, ਸਾਨੂੰ ਸਮਝਾ ਰਹੇ ਹਨ ਭਾਈ ਇਸ ਤਰ੍ਹਾਂ ਆਪਣੇ ਮਨ ਦਾ ਹੰਕਾਰ ਦੂਰ ਕਰੀਏ। ਉਹ ਤਾਂ ਮੋਹਨ ਜੁੜੇ ਹੋਏ, ਸਾਡੇ ਲਈ ਦੱਸ ਰਹੇ ਮਹਾਰਾਜ ਵੀ ਗੁਰਸਿੱਖੋ, ਇਹ ਸੂਖਮ ਤੋਂ ਸੂਖਮ ਹੋਮੈ ਦੂਰ ਕਰਕੇ ਬਿਲਕੁਲ ਸਹਿਜ ਬਿਰਤੀ ਵਾਲੇ ਸਰਲ ਹੋ ਜਾਓ। ਕਹਿਓ ਬਾਕ ਅਨੁਚਿਤ ਨਹਿ ਕਰੇ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਮਾਮਾ ਜੀ ਇਹ ਗੱਲ ਚੰਗੀ ਨਹੀਂ ਹੈ, ਤੁਸੀਂ ਇਹ ਕੰਮ ਨਾ ਕਰੋ, ਤੁਹਾਡੇ ਲਈ ਉਚਿਤ ਨਹੀਂ ਹੈ। ਬੜ ਸਥਾਨ ਹੋ ਆਪ ਵਿਚਰੇ ਹੈ। ਤੁਸੀਂ ਸਾਡੇ ਵੱਡੇ ਸਥਾਨ ਤੇ ਹੋ, ਭਾਵ ਰਿਸ਼ਤੇਦਾਰੀ 'ਚ ਮਾਮਾ ਜੀ ਲੱਗਦੇ ਹੋ। ਤੁਸੀਂ ਸੰਸਾਰ ਵਿੱਚ ਸਾਡੇ ਵੱਡੇ ਸਥਾਨ ਕਰਕੇ ਮਾਮਾ ਸਰੂਪ ਹੋ। ਹਮਰੇ ਜਨਨੀ ਕੇ ਬੜ ਭਰਾਤਾ। ਤੁਸੀਂ ਸਾਡੀ ਮਾਤਾ ਬੀਬੀ ਮਾਤਾ ਭਾਨੀ ਜੀ, ਤੁਸੀਂ ਉਹਨਾਂ ਦੇ ਵੱਡੇ ਭਰਾ ਹੋ। ਲਾਗਤ ਹੋ ਮਾਤੁਲ ਸੁਖ ਦਾਤਾ। ਫਿਰ ਮਾਮਾ ਜੀ ਹੋਏ ਨਾ ਸੁੱਖਾਂ ਨੂੰ ਦੇਣ ਵਾਲੇ, ਤੇ ਮਾਮਾ ਤੇ ਪਿਓ ਸਮਾਨ ਹੁੰਦਾ ਹੈ, ਮਾਂ ਸਮਾਨ ਹੁੰਦਾ ਹੈ, ਵੱਡਿਆਂ ਸਮਾਨ। ਉਹਦੀ ਸੀਸਾਂ ਹੀ ਵੱਡੀਆਂ ਹੁੰਦੀਆਂ। ਤੂੰ ਸਾਨੂੰ ਸੀਸ ਦਵੋ, ਸਾਡੇ ਚਰਨਾਂ ਤੇ ਮੱਥਾ ਨਾ ਟੇਕੋ। ਪਿਤਾ ਤੁਮਾਰੋ ਗੁਰ ਗੰਭੀਰ। ਤੇ ਤੁਹਾਡੇ ਪਿਤਾ ਜੀ ਗੁਰੂ ਅਮਰਦਾਸ ਮਹਾਰਾਜ ਬਹੁਤ ਗੰਭੀਰ ਸੁਭਾਅ ਵਾਲੇ ਸਨ। ਨਿਜ ਸੇਵਕ ਕੇ ਕਾਟਤ ਪੀਰ। ਐਸੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਅਨੇਕ ਸੇਵਕਾਂ ਦੀ, ਗੁਰੂ ਕੇ ਪਿਆਰੇ ਦੀ ਪੀੜਾ ਨੂੰ, ਦੁੱਖ ਦਰਦ ਨੂੰ ਖਤਮ ਕਰਕੇ। ਤਿਨ ਕੇ ਨੰਦਨ ਤੁਮ ਬੜ ਭਾਗੇ। ਤੁਸੀਂ ਉਹਨਾਂ ਦੇ ਸੁਪੁੱਤਰ ਹੋ ਜਿਹੜੇ ਗੁਰੂ ਅਮਰਦਾਸ ਮਹਾਰਾਜ ਸਭ ਦੀ ਪੀੜਾ ਦੂਰ ਕਰਨ ਵਾਲੇ। ਜਿਹੜੇ ਗੁਰੂ ਅਮਰਦਾਸ ਮਹਾਰਾਜ ਦੇ ਹਿਰਦੇ ਚੋਂ ਇੱਕ ਅਰਦਾਸ ਬਾਹਰ ਨਿਕਲੀ ਖਾਲਸਾ ਜੀਓ, ਉਹ ਸਾਰੇ ਜਗਤ ਦੀ ਸਾਂਝੀ ਅਰਦਾਸ ਸੀ। ਜਗਤ ਜਲੰਦਾ ਰੱਖ ਲੈ, ਜਗਤ ਜਲੰਦਾ ਰੱਖ ਲੈ। 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 ਆਪਣੀ ਕਿਰਪਾ ਧਾਰ, ਆਪਣੀ
ਆਪਣੀ ਕਿਰਪਾ ਧਾਰ, ਆਪਣੀ ਕਿਰਪਾ ਧਾਰ, ਆਪਣੀ ਕਿਰਪਾ ਧਾਰ। ਜਿਨ੍ਹਾਂ ਅੰਦਰੋਂ ਇਹ ਅਰਦਾਸ ਆਈ, ਇਹ ਸਭ ਦੀ ਪੀੜਾ ਦੂਰ ਕਰਨ ਵਾਲੀ ਖਾਲਸਾ ਜੀ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਇਹ ਅਰਦਾਸ ਗੁਰੂ ਅਮਰਦਾਸ ਮਾਰ ਦੇ ਅੰਦਰੋਂ ਆਈ, ਮਨੁੱਖਤਾ ਦੀ ਅਰਦਾਸ ਹੈ। ਇਹ ਨਹੀਂ ਸਿੱਖਾਂ ਲਈ, ਇਹ ਨਹੀਂ ਹਿੰਦੂਆਂ ਲਈ, ਇਹ ਨਹੀਂ ਈਸਾਈਆਂ ਲਈ, ਸਾਂਝੀ ਅਰਦਾਸ ਸੀ ਗੁਰੂ ਅਮਰਦਾਸ ਮਾਰ ਦੇ ਅੰਦਰੋਂ ਆਈ। ਤੁਸੀਂ ਉਹਨਾਂ ਦੇ ਸੁਪੁੱਤਰ ਹੋ ਮਹਾਰਾਜ, ਬ੍ਰਹਮ ਗਿਆਨੀ ਪਰਮੇਸ਼ਰ ਹੋ, ਤੁਸੀਂ ਸਾਡੇ ਮਾਮਾ ਜੀ ਲੱਗਦੇ ਹੋ। ਜੋਗ ਵਿਰਾਗ ਗਿਆਨ ਅਨੁਰਾਗੇ, ਜੋਗ ਜੁੜੇ ਹੋਏ, ਗਿਆਨ ਆਤਮ ਗਿਆਨ, ਅਨੁਰਾਗ ਤੁਹਾਡੇ ਅੰਦਰ ਐਸਾ ਵਿਰਾਗ ਹੈ, ਵਿਵੇਕ ਹੈ, ਰੂਹਾਨੀ ਰਸ ਹੈ। ਨਮੋ ਉਚਿਤ ਯਾਂਤੇ ਹਮ ਜਾਣੇ। ਇਸ ਕਰਕੇ ਮਾਮਾ ਜੀ, ਬਾਬਾ ਮੋਹਨ ਜੀ, ਅਸੀਂ ਤੁਹਾਨੂੰ ਮੱਥਾ ਟੇਕਦੇ ਹਾਂ। ਸਾਡਾ ਫਰਜ਼ ਹੈ ਕਿ ਵੱਡਿਆਂ ਦਾ ਸਤਿਕਾਰ ਕਰੀਏ। ਤੁਹਾਡੇ ਵਰਗੇ ਸਤਿਪੁਰਖ ਜੋ ਪਰਮੇਸ਼ਰ ਰੂਪ ਹਨ, ਤੁਹਾਨੂੰ ਮੱਥਾ ਟੇਕੀਏ। ਜਿਸੈ ਬਾਸਨ ਮਨ ਤੇ ਹਾਨੇ। ਤੁਸੀਂ ਤਾਂ ਆਪਣੇ ਮਨ ਵਿੱਚੋਂ ਵਿਸ਼ਾ ਵਾਸ਼ਨਾ ਨੂੰ ਦੂਰ ਕਰਨ ਵਾਲੇ ਹੋ। ਜੇ ਮਾਤੁਲ ਸੰਬੰਧ ਵਿਚਾਰੈ। ਜੇ ਅਸੀਂ ਇਹ ਸੰਬੰਧ ਵਿਚਾਰੀ, ਤੁਸੀਂ ਸਾਡੇ ਮਾਮਾ ਜੀ ਹੋ। ਬੰਧਨ ਠਾਨ ਹੈ ਉਚਿਤ ਹਮਾਰੇ। ਤੇ ਸਾਡੇ ਲਈ ਇਹ ਚੰਗਾ ਹੈ, ਉਚਿਤ ਹੈ, ਤੁਹਾਨੂੰ ਮੱਥਾ ਟੇਕੀਏ। ਨਾ ਤੇ ਅਨੁਚਿਤ ਨਹੀਂ ਕਰੀ ਜਹ। ਇਸ ਕਰਕੇ ਆਪ ਜੀ ਇਹ ਅਨੁਚਿਤ, ਜੋ ਉਚਿਤ ਨਹੀਂ, ਇਹ ਕਾਰਜ ਨਾ ਕਰੋ। ਪਦ ਪਰ ਹਮਰੇ ਬੰਧਨ ਲੈ ਜਹ। ਤੇ ਸਾਡੀ ਬੰਦਨਾ ਕਬੂਲ ਕਰੋ ਮੋਹਨ ਜੀ। ਆਪਣੇ ਚਰਨਾਂ ਤੇ ਸਾਡੀ ਮੱਥਾ ਟੇਕਣ ਦੀ ਬੰਦਨਾ ਕਬੂਲ ਕਰੋ। ਸੋਨ ਗੁਰ ਨੰਦਨ ਮੋਹਨ ਕਾਨਾ। ਜਦੋਂ ਇਹ ਬਚਨ ਸੁਣੇ ਬਾਬਾ ਮੋਹਨ ਜੀ ਨੇ, ਗੁਰੂ ਅਮਰਦਾਸ ਜੀ ਦੇ ਸੁਪੁੱਤਰ ਜੀ ਨੇ, ਧਰੇ ਨਮਰਤਾ ਬਾਕ ਬਖਾਨਾ। ਤੇ ਨਿਮਰਤਾ ਵਿੱਚ ਹੋਰ ਆ ਗਏ, ਹੋਰ ਨੀਵੇਂ ਹੋ ਗਏ। ਬਾਬਾ ਮੋਹਨ ਜੀ ਨਿਮਰਤਾ ਵਿੱਚ ਇਹ ਬੇਨਤੀ ਕਹਿਣ ਲੱਗੇ ਹਨ। ਸ੍ਰੀ ਅਰਜਨ ਭਗਨੀ ਸੁਤ ਮੇਰੇ। ਇਹ ਗੁਰੂ ਅਰਜਨ ਦੇਵ ਮਹਾਰਾਜ, ਤੁਸੀਂ ਮੇਰੀ ਭੈਣ ਬੀਬੀ ਭਾਨੀ ਜੀ ਦੇ ਸੁਪੁੱਤਰ ਹੋ। ਪਰਸੋਂ ਚਰਨ ਕਮਲ ਅਬ ਤੇਰੇ। ਤੇ ਹੁਣ ਮੈਂ ਤੁਹਾਡੇ ਚਰਨ ਕਮਲਾਂ ਨੂੰ ਪਰਸਾਂਗਾ, ਛੂਆਵਾਂਗਾ। ਭੂਲ ਪਰੇ ਮੁਝ ਤੇ ਬਹੁ ਪਹਿਲੇ। ਇਹ ਤੋਂ ਬਹੁਤ ਸਮਾਂ ਪਹਿਲੇ ਬੜੀ ਵੱਡੀ ਗਲਤੀ ਹੋਈ ਸੀ। ਬਖਸ਼ੋ ਅਬ ਕੀਜਹ ਨਿਤ ਸਹਲੇ। ਤੇ ਹੁਣ ਮੇਰੀ ਉਹ ਗਲਤੀ ਬਖਸ਼ਿਸ਼ ਕਰਕੇ ਮੈਨੂੰ ਸੁਖ ਦਾ ਦਾਨ ਬਖਸ਼ਿਸ਼ ਕਰੋ। ਸਮਾ ਉਡੀਕਤ ਸੋ ਅਬ ਆਵਾ। ਮੈਂ ਤਾਂ ਉਡੀਕ ਰਿਹਾ ਸੀ ਕਦੋਂ ਉਹ ਸਮਾਂ ਆਵੇ। ਕਿਰਪਾ ਕਰੋ ਦੁਖ ਬਨ ਤੁਮ ਦਾਵਾ। ਤੇ ਤੁਸੀਂ ਹੁਣ ਕਿਰਪਾ ਕਰੋ, ਦਾਵਾ ਬਣ ਕੇ ਨਾ ਤੇ ਮੇਰੇ ਦੁੱਖਾਂ ਨੂੰ ਸਾੜ ਦੋ। ਮਹਾਂਪੁਰਸ਼ੋ, ਗੁਰੂ ਜੀ ਸਾੜ ਦੋ ਦੁੱਖਾਂ ਨੂੰ, ਇਹ ਬਖਸ਼ਿਸ਼ ਕਰ ਦੋ। ਹੋਰਾ ਇਸ ਪ੍ਰਕਾਰ ਮੋਹਨ ਜਬ ਹੈ ਕਹੀ ਗਿਰਾ ਮਨ ਨੀਵ। ਜਦੋਂ ਇਸ ਤਰ੍ਹਾਂ ਬਾਬਾ ਮੋਹਨ ਜੀ ਨੇ ਮਨ ਨੀਵਾ ਕਰਕੇ ਬੇਨਤੀ ਕੀਤੀ ਹੈ। ਸਵਨ ਸੁਨਨ ਹਿਤ ਬੂਝਿਓ ਸ੍ਰੀ ਅਰਜਨ ਸੁਖ ਸੀਵ। ਸੁੱਖਾਂ ਦੀ ਸੀਵ ਜਿੱਥੇ ਹੱਦ ਹੋਵੇ ਨਾ ਖਾ, ਸੁੱਖ ਹੀ ਸੁੱਖਾਂ। ਐਸੇ ਗੁਰੂ ਅਰਜਨ ਦੇਵ ਮਹਾਰਾਜ ਉਹ ਕੀ ਵਚਨ ਕਹਿਣਗੇ ਬਾਬਾ ਮੋਹਨ ਜੀ ਨੂੰ, ਕਿਵੇਂ ਬਾਬਾ ਮੋਹਨ ਜੀ ਹੋਰ ਨਿਮਰਤਾ ਚਾਲੇ ਖਾਲਸਾ ਜੀਓ। ਤੇ ਮਹਾਰਾਜ ਪੋਥੀਆਂ ਲੈ ਕੇ ਵਾਪਸ ਕਿਵੇਂ ਆਣਗੇ, ਇਹ ਵਾਰਤਾ ਆਪ ਜੀ ਅਗਲੇ ਪ੍ਰਕਰਨਾਂ ਵਿੱਚ ਸ਼੍ਰਵਣ ਕਰਨਾ ਜੀ। ਇਤਨੀਆਂ ਹੀ ਬੇਨਤੀਆਂ ਆਪ ਜੀ ਨੇ ਪ੍ਰਵਾਨ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਖਾਲਸਾ ਸਾਜਨਾ ਦਿਵਸ, ਖਾਲਸਾ ਜੀ ਵਿਸਾਖੀ ਦਾ ਪਾਵਨ ਦਿਹਾੜਾ 14 ਤਰੀਕ ਦਿਨ ਸ਼ਨੀਵਾਰ ਨੂੰ ਸੰਸਾਰ ਭਰ ਵਿਖੇ ਮਨਾਇਆ ਜਾ ਰਿਹਾ ਹੈ। ਇਸ ਪਾਵਨ ਸਥਾਨ ਤੇ ਵੀ ਕੱਲ ਸ੍ਰੀ ਅਖੰਡ ਜਾਪ ਆਰੰਭ ਹੋਣਗੇ। ਜੋ ਅੰਮ੍ਰਿਤਸਰ ਦੀਵਾਨ ਹਾਲ ਹੈ, ਜਿੱਥੇ ਅੰਮ੍ਰਿਤਸਰ ਹੁੰਦਾ ਹੈ ਨਾ, ਇਹ ਨਾਲ ਹੀ ਵੱਡਾ ਦੀਵਾਨ ਹਾਲ ਹੈ। ਤੇ ਇਸ ਵੱਡੇ ਕਮਰੇ ਵਿੱਚ ਸ੍ਰੀ ਅੰਮ੍ਰਿਤ ਸੰਚਾਰ ਉਸੇ ਸਥਾਨ ਤੇ ਕੱਲ ਸ੍ਰੀ ਅਖੰਡ ਜਾਪ ਆਰੰਭ ਹੋਣਗੇ।
ਤੇ 14 ਤਰੀਕ ਨੂੰ ਲਗਭਗ ਸਵੇਰੇ 9:30 ਵਜੇ ਭੋਗ ਪਾਏ ਜਾਣਗੇ। ਉਪਰੰਤ ਗੁਰਬਾਣੀ ਕੀਰਤਨ ਹੋਵੇਗਾ ਤੇ ਢਾਡੀ ਵਾਰਾਂ ਹੋਣਗੀਆਂ। 12 ਵਜੇ ਤੱਕ ਇਹ ਸਮਾਗਮ ਹੋਵੇਗਾ ਤੇ 12 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੋਵੇਗਾ। ਜਿਹੜੇ ਅਜੇ ਨਿਗੁਰੇ ਹਨ ਉਹ ਕਲਗੀਧਰ ਪਾਤਸ਼ਾਹ ਦੀ ਖੁਸ਼ੀਆਂ ਪ੍ਰਾਪਤ ਕਰੋ ਭਾਈ। ਪੀਵੋ ਪੌਹਲ ਖੰਡੇ ਧਾਰ ਹੋਏ ਜਨਮ ਸੁਹੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਜੇਲਾ। ਗੁਰੂ ਕਲਗੀਧਰ ਪਾਤਸ਼ਾਹ ਨੇ ਆਪ ਇਹ ਦਾਤ ਲਈ। ਅਸੀਂ ਵੀ ਸਾਰੇ ਗੁਰੂ ਵਾਲੇ ਬਣੀਏ ਭਾਈ। ਨਿਗੁਰੇ ਕਾ ਹੈ ਨਾਉ ਬੁਰਾ। ਜੇ ਰੂਹਾਨੀ ਰਸ ਲੈਣਾ ਹੈ ਤਾਂ ਗੁਰੂ ਵਾਲਾ ਬਣਨਾ ਹੀ ਪਵੇਗਾ। ਸਾਰੇ ਗੁਰੂ ਕੇ ਪਿਆਰੇ ਜਿਹੜੇ ਜੇ ਨਿਗੁਰੇ ਹਨ ਉਹ ਤਿਆਰ ਬਰ ਤਿਆਰ ਹੋਈਏ। ਜਿਹੜੇ ਗੁਰੂ ਵਾਲੇ ਹਨ ਉਹ ਥੋੜੇ ਅੱਗੇ ਵਧੀਏ। ਅੱਗੇ ਵਧੀਏ ਭਾਵ ਰੱਬ ਦੀ ਬਾਣੀ ਨਾਲ ਜੁੜੀਏ, ਰੂਹਾਨੀ ਰਸ ਪ੍ਰਾਪਤ ਕਰੀਏ। ਐਸੀ ਬਖਸ਼ਿਸ਼ ਮਹਾਰਾਜ ਕਰਨ।